ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋ, ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦਾਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬੋਲਨ ਭਾਵ ਭਗਤ ਕੀ ਰੀਤੀ, ਸਤ ਸੰਗਤ ਕਰਨੋ ਯੁਤ ਪ੍ਰੀਤੀ। अपन आप को कब न जनावन, गुर सेवन दिन रैन बितावन। बोलन भाव भगत की रीति, सत संगत करनो युत प्रीति। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਨਿਧਾਨ ਜੁਗਾ ਹੋ ਜੁਗ ਅਟਲ। ਆਲਮ ਦੇ ਰਹਿਬਰ ਸ਼ਬਦਾ ਅਵਤਾਰ, ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ।
ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਾਬਾ ਲਹਿਣਾ ਜੀ ਨੇ ਬੇਨਤੀ ਕੀਤੀ, ਬਚਨ ਕਰਨਾ ਕੀਤਾ। ਕਿਹਾ ਸਤਿਗੁਰੂ ਮਹਾਰਾਜ ਕਿਰਪਾ ਕਰੋ, ਮਹਾਰਾਜ ਪਾਵਨ ਉਪਦੇਸ਼ ਦੀ ਬਖਸ਼ੀਸ਼ ਕਰਨਾ ਕਰੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ। ਚੌਪਈ ਬੋਲਨ ਭਾਉ ਭਗਤ ਕੀ ਰੀਤੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਾ ਲਹਿਣਾ ਜੀ ਨੂੰ ਸੰਬੋਧਨ ਕਰਕੇ ਬਚਨ ਉਚਾਰਨ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ, ਜਦੋਂ ਆਪਾਂ ਬੋਲਦੇ ਆ, ਕਿਉਂਕਿ ਇਹ ਜੋ ਗਿਆਨ ਜੋ ਹੈ ਅਹੰ ਬ੍ਰਹਮ ਆਸਮੀ ਦਾ ਜਾਂ ਔਰ ਜੋ ਬ੍ਰਹਮ ਦਾ ਗਿਆਨ ਹੈ, ਜੋ ਪ੍ਰਮਾਤਮਾ ਦੀ ਪ੍ਰਾਪਤੀ ਹੈ, ਜਦੋਂ ਇਹ ਪ੍ਰਾਪਤੀ ਹੋ ਜਾਵੇ, ਬ੍ਰਹਮ ਦਾ ਗਿਆਨ ਹੋ ਜਾਵੇ, ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹਨੂੰ ਫਿਰ ਨਹੀਂ ਕਹਿਣਾ ਚਾਹੀਦਾ। ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਨੇ ਬੇਅੰਤ ਸ਼ਬਦ ਇਸ ਪ੍ਰਥਾਏ ਉਚਾਰਨ ਕਰਨੇ ਕੀਤੇ। ਭਗਤ ਕਬੀਰ ਸਾਹਿਬ ਜੀ ਦਾ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ ਕਿ ਕਬੀਰਾ ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨਾ ਖੋਲ, ਨਹੀਂ ਪਟਨ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਕਿ ਜੇ ਇਹ ਰਾਮ ਦਾ ਪਦਾਰਥ, ਇਹ ਬ੍ਰਹਮ ਗਿਆਨ ਦੀ ਜੇ ਤੈਨੂੰ ਪ੍ਰਾਪਤੀ ਹੋ ਜਾਵੇ, ਤਾਂ ਇਹ ਗੰਢ ਜਿਹੜੀ ਹੈ ਨਹੀਂ ਖੋਲਣਾ ਚਾਹੀਦਾ। ਭਾਵ ਕਿ ਹਰ ਕਿਸੇ ਦੇ ਸਾਹਮਣੇ ਇਹ ਗਿਆਨ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੀਦਾ, ਇਹਨੂੰ ਲੁਕਾ ਕਰਕੇ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਚਾਹੀਦਾ ਹੈ। ਤੇ ਮਹਾਰਾਜ ਜੀ ਨੇ ਕਿਹਾ ਕਿ ਜਦੋਂ ਆਪਾਂ ਵਰਤਦੇ ਹਾਂ, ਜਦੋਂ ਆਪਾਂ ਬੋਲਦੇ ਹਾਂ, ਤੇ ਭਗਤੀ ਭਾਉ ਭਗਤੀ ਦੀ ਰੀਤੀ ਅਨੁਸਾਰ ਬਚਨ ਕਰਨਾ ਚਾਹੀਦਾ ਹੈ। ਨਿਮਰਤਾ ਦੇ ਸੰਯੁਕਤ ਹੋ ਕਰਕੇ ਬਚਨ ਉਚਾਰਨ ਕਰਨਾ ਚਾਹੀਦਾ। ਸਤ ਸੰਗਤ ਕਰਨੂ ਯੁਤ ਪ੍ਰੀਤੀ। ਪ੍ਰੀਤੀ ਦੇ ਨਾਲ, ਪ੍ਰੇਮ ਦੇ ਨਾਲ ਸਤ ਸੰਗਤ ਕਰਨੀ ਚਾਹੀਦੀ ਹੈ। ਆਪਨ ਆਪ ਕੋ ਕਬ ਨ ਜਨਾਵਨ। ਕਦੇ ਵੀ ਆਪਣੀ ਅਵਸਥਾ ਜਿਹੜੀ ਹੈ, ਆਪਣੀ ਨਿਜ ਦੀ ਅਵਸਥਾ, ਉਹ ਕਦੇ ਵੀ ਨਹੀਂ ਜਨਾਉਣਾ ਚਾਹੀਦਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਜਿਹੜਾ ਕਹਿੰਦਾ ਕਿ ਭਾਈ ਮੈਂ ਪ੍ਰਾਪਤ ਕਰ ਲਿਆ, ਮੈਨੂੰ ਸਭ ਪਤਾ ਚੱਲ ਗਿਆ, ਮੈਂ ਜਾਣ ਗਿਆ ਹਾਂ, ਤੇ ਸਮਝ ਲੈਣਾ ਕਰੋ ਉਹਨੂੰ ਕੁਛ ਵੀ ਪ੍ਰਾਪਤ ਨਹੀਂ ਹੋਇਆ। ਸੋਈ ਅਜਾਨ ਕਹੈ ਮੈਂ ਜਾਨਾ, ਜਾਣਨ ਹਾਰ ਨਾ ਸ਼ਾਨਾ ਰੇ। ਉਹ ਅਜਾਨ ਵਿਅਕਤੀ ਹੈ ਜਿਹੜਾ ਕਹਿੰਦਾ ਨਾ ਜੀ ਮੈਂ ਜਾਣ ਗਿਆ ਹਾਂ, ਮੈਨੂੰ ਬ੍ਰਹਮ ਗਿਆਨ ਹੋ ਗਿਆ, ਜਾਂ ਮੈਂ ਬ੍ਰਹਮ ਗਿਆਨੀ ਬਣ ਗਿਆ, ਜਾਂ ਮੈਂ ਸੰਤ ਬਣ ਗਿਆ। ਤੇ ਜੋ ਇਸ ਤਰ੍ਹਾਂ ਬੋਲੇ, ਤੇ ਮਹਾਰਾਜ ਜੀ ਨੇ ਸਿੱਧਾ ਕਹਿ ਦਿੱਤਾ ਸੋਈ ਅਜਾਨ ਕਹੈ ਮੈਂ ਜਾਨਾ। ਜਿਹੜਾ ਕਹਿੰਦਾ ਕਿ ਭਾਈ ਮੈਂ ਜਾਣ ਗਿਆ, ਸਮਝ ਲਿਓ ਕਿ ਉਹ ਅਜਾਨ ਹੈ, ਕਿਉਂਕਿ ਜਾਣਨ ਹਾਰ ਨਾ ਸ਼ਾਨਾ ਰੇ। ਜਿਹੜਾ ਜਾਣ ਲੈਂਦਾ, ਜਿਹਨੂੰ ਪਤਾ ਲੱਗ ਜਾਂਦਾ, ਜਿਹਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਜਾਵੇ, ਉਹ ਕਦੇ ਢਿੰਡੋਰਾ ਨਹੀਂ ਪਿੱਟਦੇ ਹਨ। ਉਹ ਲੋਕਾਂ ਨੂੰ ਨਹੀਂ ਦੱਸਦੇ ਕਿ ਲੋਕੋ ਆਓ ਮੇਰੇ ਪੈਰਾਂ ਤੇ ਲੱਗਣਾ ਕਰੋ, ਮੈਂ ਬ੍ਰਹਮ ਗਿਆਨੀ ਬਣ ਗਿਆ, ਮੈਨੂੰ ਬ੍ਰਹਮ ਦਾ ਗਿਆਨ ਹੋ ਗਿਆ ਕਰਕੇ। ਉਹ ਤਾਂ ਸਦਾ ਆਪਣੇ ਆਪ ਨੂੰ ਲੁਕਾ ਕਰਕੇ ਰੱਖਦੇ। ਕਰ ਜਦੋਂ ਕੋਈ ਸੇਵਾ ਕਰੇ, ਕੋਈ ਮਹਾਂਪੁਰਖ, ਕੋਈ ਸੰਤ, ਉਹ ਕਰਕੇ ਨਾਲ ਦੇ ਵੀ ਜਿਹੜੇ ਦੂਜੇ ਹੁੰਦੇ ਉਹ ਵੀ ਲੱਗ ਜਾਂਦੇ ਸੇਵਾ ਦੇ ਵਿੱਚ। ਜਦੋਂ ਕੋਈ ਮਹਾਂਪੁਰਖ, ਕੋਈ ਪੂਰਨ ਪੁਰਖ ਆਪ ਸੰਗਤ ਦੇ ਵਿੱਚ ਆ ਕਰਕੇ ਨਾਮ ਜਪਦਾ, ਬਾਣੀ ਦਾ ਪਾਠ ਕਰਦਾ, ਤਾਂ ਫਿਰ ਲੋਕਾਂ ਨੂੰ, ਸੰਗਤਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਹੈ ਕਿ ਭਾਈ ਤੁਸੀਂ ਵੀ ਨਾਮ ਜਪਣਾ ਕਰੋ, ਭਜਨ ਬੰਦਗੀ ਕਰਨਾ ਕਰੋ। ਉਹਨਾਂ ਨੂੰ ਵੇਖ ਕਰਕੇ ਤਿਨਾਂ ਦੇਖ ਮਨ ਚਾਉ ਉਠਣ ਦਾ, ਹਉ ਕਦ ਪਾਈ ਪ੍ਰਭ ਪਾਸਾ। ਉਹਨਾਂ ਨੂੰ ਵੇਖ ਕਰਕੇ ਹੀ ਜਿਹੜੇ ਦੂਜੇ ਹੁੰਦੇ ਹਨ, ਉਹਨਾਂ ਦੇ ਮਨ ਦੇ ਵਿੱਚ ਪਿਆਰਿਓ ਚਾਅ ਪੈਦਾ ਹੋ ਜਾਂਦਾ। ਤੇ ਉਹਨਾਂ ਦੇ ਮਨ ਵਿੱਚ ਚਾਹ ਪੈਦਾ ਹੋ ਜਾਵੇ, ਫਿਰ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਬਣਦੀ ਹੈ। ਜਦੋਂ ਇੱਕ ਇਤਿਹਾਸ ਦੇ ਵਿੱਚ ਕਥਾ ਆਉਂਦੀ, ਭਾਈ ਗੁਰਦਾਸ ਸਾਹਿਬ
ਉੱਥੇ ਰਹਿ ਕਰਕੇ ਉਹਨਾਂ ਨੇ ਬਹੁਤ ਜ਼ਿਆਦਾ ਜਦੋਂ ਸਿੱਖੀ ਦਾ ਪ੍ਰਚਾਰ ਕਰਨਾ ਕੀਤਾ ਤੇ ਜਦੋਂ ਉਹ ਵਾਪਸ ਜਾ ਰਹੇ ਸੀ ਤਾਂ ਫਿਰ ਸੰਗਤਾਂ ਨੇ ਪਿਆਰਿਓ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਗੁਰਦਾਸ ਸਾਹਿਬ ਜੀ, ਆਪ ਜੀ ਗੁਰਮਤਿ ਦੇ ਵੇਦ ਵਿਆਸ ਹੋ, ਕਿਰਪਾ ਕਰੋ ਆ ਜੋ ਸੰਗਤਾਂ ਹੈ ਇਹਨੂੰ ਆਪ ਜੀ ਉਪਦੇਸ਼ ਦੇਣਾ ਕਰੋ, ਇਹਨਾਂ ਨੂੰ ਆਪ ਜੀ ਕੋਈ ਸਿੱਖਿਆ ਦਿਓ ਤੇ ਉਹ ਸਿੱਖਿਆ ਦੇ ਉੱਤੇ ਉਹ ਚੱਲ ਸਕਣ। ਭਾਈ ਗੁਰਦਾਸ ਸਾਹਿਬ ਜੀ ਨੇ ਪਿਆਰਿਓ ਬਹੁਤ ਪਿਆਰਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਇੰਨੇ ਦਿਨ ਇੱਥੇ ਰਿਹਾ, ਜੇ ਮੈਨੂੰ ਵੇਖ ਕਰਕੇ ਲੋਕ ਸਿੱਖਿਆ ਨਹੀਂ ਲੈਣਗੇ ਫਿਰ ਉਹਨਾਂ ਨੂੰ ਭਾਵੇਂ ਮੈਂ ਜਿੰਨੀ ਮਰਜ਼ੀ ਸਿੱਖਿਆ ਦਿੰਦਾ ਰਵਾਂ ਜਾਂ ਦੇ ਦੇਵਾਂ, ਉਹ ਸਿੱਖਿਆ ਦਾ ਕੋਈ ਅਸਰ ਉਹਨਾਂ ਦੇ ਉੱਤੇ ਨਹੀਂ ਪਵੇਗਾ। ਕਿਉਂਕਿ ਜਦੋਂ ਉਹਨਾਂ ਨੇ ਮੇਰੇ ਜੀਵਨ ਨੂੰ ਵੇਖ ਕਰਕੇ, ਮੇਰੇ ਨਿਤਨੇਮ ਨੂੰ ਵੇਖ ਕਰਕੇ ਉਹਨਾਂ ਨੇ ਕੁਛ ਨਹੀਂ ਸਿੱਖਿਆ ਤੇ ਭਾਵੇਂ ਉਹਨਾਂ ਨੂੰ ਜੋ ਮਰਜ਼ੀ ਬੋਲ ਲਿਓ, ਜਿੰਨਾ ਮਰਜ਼ੀ ਬੋਲ ਦਿਓ, ਬੋਲਣ ਦੇ ਨਾਲ ਕੋਈ ਫਰਕ ਨਹੀਂ ਪਵੇਗਾ। ਕਹਿਣ ਦਾ ਭਾਵ ਕਿ ਭਾਈ ਜਦੋਂ ਕਿਨਾਂ ਦੀ ਦਿਨਚਰਿਆ ਆਪਾਂ ਵੇਖਦੇ ਹਾਂ, ਜਦੋਂ ਕਈਆਂ ਦਾ ਜੀਵਨ ਆਪਾਂ ਵੇਖਦੇ ਹਾਂ ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਬਹੁਤ ਸਾਰੀ ਸਿੱਖਿਆ ਸਾਨੂੰ ਪ੍ਰਾਪਤ ਹੁੰਦੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤਾ, ਬਾਬਾ ਲੈਣਾ ਜੀ ਨੂੰ ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਰੋਜ਼ ਸਤ ਸੰਗਤ ਕਰਨਾ ਕਰੋ, ਸੇਵਾ ਕਰਨਾ ਕਰੋ, ਕਿਉਂਕਿ ਇਹ ਰੀਸ ਕਰਨ ਵਾਲੇ ਉਹਨਾਂ ਨੂੰ ਵੀ ਲੱਗੇਗਾ ਕਿ ਜਦੋਂ ਸਤਿਗੁਰੂ ਮਹਾਰਾਜ ਰਹਿ ਕਰਕੇ ਆਪ ਇੰਨੀ ਸੇਵਾ ਕਰਦੇ ਤੇ ਸਾਨੂੰ ਕਿੰਨੀ ਜ਼ਿਆਦੀ ਸੇਵਾ ਕਰਨੀ ਚਾਹੀਦੀ ਹੈ। ਸਭ ਤੇ ਨੀਚ ਆਪ ਕੋ ਮਾਨੈ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਸਭ ਤੋਂ ਆਪਣੇ ਆਪ ਨੂੰ ਨੀਵਾ ਜਨਾਉਣਾ ਹੈ, ਕਦੇ ਵੀ ਅਹੰਕਾਰ ਦਾ ਪ੍ਰਦਰਸ਼ਨ ਨਹੀਂ ਕਰਨਾ। ਬੇਸ਼ੱਕ ਜਿਹੜੇ ਪਿਆਰਿਓ ਜਿਨ੍ਹਾਂ ਨੇ ਮਾਰ ਕੇ ਮਾਰਨੇ ਕੀਤੇ, ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ, ਉਹ ਕਦੇ ਇਹ ਨਹੀਂ ਦੱਸਦੇ ਹਨ ਕਿ ਭਾਈ ਅਸੀਂ ਬਹੁਤ ਵੱਡੇ ਹਾਂ। ਜਦੋਂ ਵੀ ਉਹਨਾਂ ਨੂੰ ਆਪਾਂ ਪੁੱਛਦੇ ਹਾਂ ਤੇ ਉਹ ਇਹੀ ਕਹਿੰਦੇ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵਡਿਆ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀ ਅੰਨ, ਤਿੱਥੈ ਨਦਰ ਤੇਰੀ ਬਖਸ਼ੀਸ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਆਪਣੇ ਆਪ ਨੂੰ ਨੀਵਾ ਅਖਵਾਉਣਾ ਹੈ, ਨਿਮਰਤਾ ਦੇ ਵਿੱਚ ਆ ਕਰਕੇ ਆਪਣੇ ਆਪ ਨੂੰ ਨੀਵਾ ਜਿਹੜਾ ਸਦਾਉਂਦਾ ਤੇ ਫਿਰ ਉਹਨਾਂ ਦੀ ਬੜੀ ਜੈ ਜੈਕਾਰ ਹੁੰਦੀ ਹੈ। ਹਿਰਦੇ ਹੰਕਾਰ ਨਾ ਕਬਹੂ ਠਾਨੈ। ਕਦੇ ਵੀ ਮਨ ਦੇ ਵਿੱਚ ਅਹੰਕਾਰ ਜਿਹੜਾ ਹੈ ਉਹਨੂੰ ਨਹੀਂ ਲੈ ਕੇ ਆਉਣਾ ਚਾਹੀਦਾ। ਦੋਹਰਾ ਬ੍ਰਹਮ ਗਿਆਨੀ ਹੋਏ ਜੇ, ਅਹੰ ਬ੍ਰਹਮ ਕਹਿ ਜੋਏ। ਅੱਗੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਕੋਈ ਬ੍ਰਹਮ ਗਿਆਨੀ ਹੋ ਜਾਵੇ, ਇਹ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਚਾਰਨ ਕਰ ਰਹੇ ਹਨ। ਕਹਿੰਦੇ ਕਿ ਪੁਰਖਾ ਜਿਹੜਾ ਕੋਈ ਬ੍ਰਹਮ ਗਿਆਨੀ ਹੋ ਜਾਵੇ, ਤਤਵੇਤਾ ਹੋ ਜਾਵੇ ਤੇ ਆਪਣੇ ਅੰਦਰ ਦਾ ਗੋਹਜ ਗੱਲ ਜਿਹੜੀ ਹੈ, ਗੋਹਜ ਗਿਆਨ ਕੇ ਹੀ ਮੁਕਤ ਹੈ ਤਾਹੇ ਵਿਕਾਰ ਨਾ ਕੋ। ਉਹ ਬ੍ਰਹਮ ਗਿਆਨੀ ਮਹਾਂਪੁਰਖ ਜਿਹੜਾ ਉਹ ਤਾਂ ਵਿਚਾਰਾ ਸਦਾ ਵਾਸਤੇ ਮੁਕਤ ਹੈ, ਉਹਨੂੰ ਕੋਈ ਇਹਦਾ ਵਿਕਾਰ ਨਹੀਂ ਲੱਗੇਗਾ, ਉਹਦਾ ਕੋਈ ਬੁਰਾ ਨਹੀਂ ਹੋਵੇਗਾ। ਚੌਪਈ ਪਰ ਕਲਕੇ ਨਰਵੈ ਸਿੱਖ। ਜਿਨਕੇ ਹਿਰਦੇ ਸੁਧ ਭਲ ਨਾਹੀ। ਜਿਹਦੇ ਹਿਰਦੇ ਦੇ ਵਿੱਚ ਕੋਈ ਸੁਧ ਨਹੀਂ ਹੈ, ਜਿਹਦਾ ਅੰਤਸ਼ਕਰਨ ਸੁਧ ਨਹੀਂ ਹੋਇਆ, ਜਿਹਨੂੰ ਆਪਣਾ ਕੋਈ ਅਨੁਭਵ ਨਹੀਂ ਹੈ, ਆਪਣਾ ਕੋਈ ਗਿਆਨ ਨਹੀਂ ਹੈ, ਸੁਨ ਕੇ ਕਹਿਣ ਲਗੈ ਪੁਨ ਤੈਸੇ। ਉਹਨੇ ਫਿਰ ਕੀ ਕਰਨਾ ਹੈ? ਰੀਸਾਂ ਕਰਹਿ ਤਨਾੜੀਆਂ ਜੋ ਸੇਵਹਿ ਦਰ ਖੜੀਆਂ। ਤੇ ਫਿਰ ਉਹਨਾਂ ਦੀ ਰੀਸੋ ਰੀਸੀ ਕਰਦਿਆਂ ਹੋਇਆ ਤੇ ਉਹਨਾਂ ਨੇ ਵੀ ਕਹਿ ਦੇਣਾ ਕਿ ਅਹੰ ਬ੍ਰਹਮ ਆਸਮੀ, ਕਿਉਂਕਿ ਮੇਰਾ ਗੁਰੂ ਵੀ ਆਈ ਬੋਲਦਾ। ਕਹਿ ਦਵੇ ਤਾਂ ਕੋਈ ਗੱਲ ਨਹੀਂ ਹੈ ਪਿਆਰਿਓ, ਲੇਕਿਨ ਜਿਹਨੂੰ ਇਸ ਅਧਿਆਤਮ ਦਾ ਊੜਾ ਆੜੇ ਦਾ ਵੀ ਪਤਾ ਨਾ ਹੋਵੇ ਤੇ ਉਹ ਇਸ ਤਰ੍ਹਾਂ ਦੀਆਂ ਮਹਾਵਾਕ ਬਹੁਤ ਬ੍ਰਹਮ ਗਿਆਨ ਦੀਆਂ ਗੂੜੀਆਂ ਗੱਲਾਂ ਕਰ ਦਵੇ, ਇਹ ਸਿੱਧ ਕਰ ਦਵੇ ਕਿ ਭਾਈ ਮੈਂ ਹੀ ਬ੍ਰਹਮ ਹਾਂ,
ਤਾਂ ਪਿਆਰਿਓ ਬਹੁਤ ਜ਼ਿਆਦੀ ਕਠਿਨਾਈ ਹੁੰਦੀ ਹੈ। ਗੁਰੂ ਬਦਨ ਤੇ ਭਾਖੈ ਜੈਸੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਜਿਸ ਤਰ੍ਹਾਂ ਗੁਰੂ ਜਿਹੜਾ ਹੁੰਦਾ ਉਹ ਆਪਣੇ ਬਦਨ ਤੋਂ ਆਪਣੇ ਮੁਖੋਂ ਜੋ ਵੀ ਬਚਨ ਉਹ ਉਚਾਰਨ ਕਰਦਾ, ਤਿਨ ਕੀ ਜਿਉ ਹੈ ਰੀਤ ਕੁਢਾਲੀ। ਫਿਰ ਸਿੱਖ ਕੀ ਕਰਦੇ ਹਨ, ਉਹ ਆਪਣੇ ਆਗੂਆਂ ਦਾ, ਆਪਣੇ ਗੁਰੂਆਂ ਦਾ, ਆਪਣੇ ਸੰਤਾਂ ਦਾ ਜਿਹੜਾ ਹੈ ਉਹ ਅਨੁਸਰਨ ਕਰਦੇ ਹਨ, ਉਹਨਾਂ ਦੀ ਰੀਸ ਕਰਦੇ ਹਨ। ਤੇ ਜੇ ਗੁਰੂ ਨੇ ਕਹਿ ਦਿੱਤਾ ਸੀ ਸਮਝਾਉਂਦੇ ਹਾਂ। ਅੱਜ ਵੀ ਪਿਆਰਿਓ ਧਰਮ ਦੇ ਜਗਤ ਦੇ ਵਿੱਚ ਸਭ ਤੋਂ ਵੱਡੀ ਵਿਡੰਬਨਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਸਭ ਤੋਂ ਵੱਡੀ ਤਕਲੀਫ ਹੀ ਇਹ ਹੈ ਕਿਉਂਕਿ ਕਿਤਾਬਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਗਿਆਨ ਰਾਜ ਜੀ ਦਾ ਆਪਣਾ ਅਨੁਭਵ ਹੋਵੇ, ਸਤਿਗੁਰੂ ਮਹਾਰਾਜ ਜੀ ਦਾ ਇਹ ਆਪਣਾ ਅਨੁਭਵ ਹੈ। ਲੇਕਿਨ ਮੇਰੇ ਵਰਗਾ ਕੋਈ ਵਿਦਵਾਨ ਜਿਹੜਾ ਜਾਂ ਮੇਰੇ ਵਰਗਾ ਕੋਈ ਕਥਾਵਾਚਕ ਇਹਨੂੰ ਪੜ੍ਹ ਕਰਕੇ, ਇਹਨੂੰ ਸੁਣ ਕਰਕੇ ਜਿਹੜੇ ਚਲਾਕ ਹੁੰਦੇ ਉਹ ਅੱਗੋਂ ਕਹਿ ਦਵੇ ਕਿ ਲੇਕਿਨ ਪਿਆਰਿਓ ਤੇ ਸਾਡੀ ਤਾਂ ਜਦੋਂ ਵੀ ਆਪਾਂ ਬਚਨ ਕਰਦੇ ਹਾਂ ਉਹ ਤਾਂ ਕਥਨੀ ਹੈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਇਹਦਾ ਸਾਨੂੰ ਕੋਈ ਅਨੁਭਵ ਨਹੀਂ ਹੈ, ਬਸ ਕਹੀ ਕਹਾਈ ਗੱਲ ਹੈ, ਪੜ੍ਹੀ ਪੜਾਈ ਗੱਲ ਹੈ, ਉਹ ਅਸਾਂ ਨੇ ਅੱਗੇ ਦੱਸ ਦਿੱਤਾ। ਲੇਕਿਨ ਕੋਈ ਦਾਵਾ ਕਰ ਦਵੇ ਕਿ ਭਾਈ ਇਹੀ ਗਿਆਨ ਹੈ, ਇਹ ਮੇਰਾ ਗਿਆਨ ਹੈ, ਤਾਂ ਫਿਰ ਪਿਆਰਿਓ ਗੱਲ ਗਲਤ ਹੋ ਜਾਂਦੀ ਹੈ। ਅੱਜ ਕਈ ਜੋ ਲੋਕ ਜਿੰਨੇ ਵੀ ਜੋ ਪਖੰਡੀ ਹਨ, ਦੰਭੀ ਹਨ, ਚਾਰ ਕਿਤਾਬਾਂ ਨੂੰ ਪੜ੍ਹ ਕਰਕੇ, ਚਾਰ ਗਿਆਨ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਵਾਚ ਕਰਕੇ, ਜਿਹੜੇ ਬੜੇ ਹੁਸ਼ਿਆਰ ਹੁੰਦੇ ਹਨ, ਬੜੇ ਚਲਾਕ ਹੁੰਦੇ ਹਨ, ਫਿਰ ਚਲਾਕੀ ਦੇ ਨਾਲ ਇਸ ਤਰ੍ਹਾਂ ਉਹ ਪੇਸ਼ ਕਰਦੇ ਕਿ ਭਾਈ ਇਹ ਮੇਰਾ ਨਿੱਜ ਗਿਆਨ ਹੈ, ਇਹ ਮੇਰਾ ਆਪਣਾ ਅਨੁਭਵ ਹੈ। ਇਸ ਤਰ੍ਹਾਂ ਕਹਿ ਕਰਕੇ ਕੋਈ ਸੰਤ ਬਣ ਜਾਂਦਾ, ਕੋਈ ਫਲਾਨਾ, ਕੋਈ ਢਿਮਕਾਣਾ ਬਣ ਕਰਕੇ ਉਹ ਲੋਕਾਂ ਨੂੰ ਠੱਗਦੇ ਹਨ, ਲੋਕਾਂ ਤੋਂ ਮਾਇਆ ਹੜੱਪ ਕਰਦੇ, ਆਪਣੀ ਪੂਜਾ ਕਰਵਾਉਂਦੇ। ਬੇਸ਼ੱਕ ਇਹ ਬਚਨ ਜਿਹੜੇ ਸਿਰਫ ਇਹ ਬਚਨ ਹੀ ਹੁੰਦੇ, ਜੇ ਕਮਾਈ ਨਾ ਹੋਵੇ ਤੇ ਫਿਰ ਬੰਦਾ ਕੀ ਕਰਦਾ, ਉਤੋਂ ਤਾਂ ਪਖੰਡ ਕਰਕੇ ਦਿਖਾਉਣਾ, ਲੇਕਿਨ ਅੰਦਰ ਖਾਤੇ ਗਲਤ ਕੰਮ ਕਰਨਾ, ਅੰਦਰ ਖਾਤੇ ਚੋਰੀਆਂ ਯਾਰੀਆਂ ਕਰਨੀਆਂ। ਤੇ ਜਦੋਂ ਉਹਨਾਂ ਦੀਆਂ ਚੋਰੀਆਂ ਯਾਰੀਆਂ ਜਦੋਂ ਪਕੜੀਆਂ ਜਾਂਦੀਆਂ, ਫਿਰ ਲੋਕਾਂ ਨੂੰ ਪਤਾ ਲੱਗਦਾ ਕਿ ਭਾਈ ਇਹ ਤਾਂ ਜਿਹੜਾ ਹੈ ਬਗਲਾ ਸੀ, ਇਹਨੇ ਹੰਸ ਬਣਨ ਦਾ ਇਹਨੇ ਡਰਾਮਾ ਕਰਨਾ ਕੀਤਾ, ਲੋਕਾਂ ਨੂੰ ਇਹਨੇ ਠੱਗਣਾ ਕੀਤਾ, ਲੇਕਿਨ ਅਸਲ ਦੇ ਵਿੱਚ ਇਹਦੇ ਅੰਦਰ ਕੋਈ ਗਿਆਨ ਨਹੀਂ ਹੈ। ਇਸ ਤਰ੍ਹਾਂ ਹੀ ਪਿਆਰਿਓ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਜ਼ਿਆਦਾਤਰ ਜਿੰਨੇ ਵੀ ਜਿਹੜੇ ਦੰਭੀ ਹਨ, ਪਖੰਡੀ ਹਨ, ਉਹ ਆਪਾਂ ਵੇਖਦੇ ਹਾਂ, ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਭਾਈ ਅਸੀਂ ਕਲਕੀ ਅਵਤਾਰ ਹਾਂ ਕਰਕੇ, ਲੋਕਾਂ ਨੂੰ ਕਹਿ ਕਰਕੇ ਕਿ ਮੈਂ ਕਲਕੀ ਅਵਤਾਰ ਹਾਂ, ਜਿਹੜਾ ਹੁਣ 24ਵਾਂ ਅਵਤਾਰ ਹੋਣ ਵਾਲਾ ਹੈ, ਹਿੰਦੂ ਮਤ ਅਨੁਸਾਰ ਵਿਸ਼ਨੂੰ ਭਗਵਾਨ ਦਾ ਅਵਤਾਰ ਹੋਣ ਵਾਲਾ। ਤੇ ਫਿਰ ਉਹਨਾਂ ਦੀਆਂ ਕਥਾ ਕਹਾਣੀਆਂ ਪੜ੍ਹ ਕਰਕੇ ਲੋਕਾਂ ਨੂੰ ਦਾਵਾ ਕਰ ਦੇਣਾ, ਕਹਿ ਦੇਣਾ ਕਿ ਭਾਈ ਮੈਂ ਕਲਕੀ ਅਵਤਾਰ ਹਾਂ, ਮੇਰੀ ਪੂਜਾ ਕਰਨਾ ਕਰੋ। ਇਸ ਤਰ੍ਹਾਂ ਫਿਰ ਲੋਕਾਂ ਨੂੰ ਫਿਰ ਝਾਂਸੇ ਦੇ ਵਿੱਚ ਫਸਾ ਕਰਕੇ ਆਪਣੀ ਪੂਜਾ ਕਰਾਉਣੀ ਹੈ, ਆਪਣੀਆਂ ਮਨੌਤਾਂ ਕਰਾਉਣੀਆਂ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜੇ ਗਿਆਨ ਹੋਵੇ ਵੀ ਤੇ ਆਪਣੇ ਗਿਆਨ ਦਾ ਕਦੇ ਵੀ ਪ੍ਰਗਟਾਵਾ ਨਹੀਂ ਕਰਨਾ ਚਾਹੀਦਾ, ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ। ਇਸ ਕਰਕੇ ਪਿਆਰਿਓ ਕਈ ਵਾਰੀ ਆਪ ਜੀ ਦੇਖੋ, ਕਈ ਜਿਹੜੇ ਗੁਰਮੁਖ ਮਹਾਂਪੁਰਖ ਜਿਹੜੇ ਹਨ, ਵਿਦਵਾਨ ਹੁੰਦੇ, ਬੇਸ਼ੱਕ ਗਿਆਨ ਹੁੰਦਾ, ਬਹੁਤ ਉੱਚਾ ਸੁੱਚਾ ਜੀਵਨ ਹੁੰਦਾ, ਲੇਕਿਨ ਕਦੇ ਵੀ ਆਪਣੇ ਆਪ ਨੂੰ ਨਹੀਂ ਜਨਾਉਂਦੇ ਹਨ। ਉਹਨਾਂ ਨੂੰ ਵੇਖ ਕਰਕੇ ਪਤਾ ਹੀ ਨਹੀਂ ਚੱਲਦਾ ਕਿ ਭਾਈ ਇਹ ਕੌਣ ਹੈ ਕਰਕੇ, ਆਮ ਸਧਾਰਨ ਉਹ ਜ਼ਿੰਦਗੀ ਜੀਂਦੇ ਹਨ, ਆਪਣੀ ਸੇਵਾ ਭਾਵਨਾ ਇਹਦੇ ਵਿੱਚ ਆਪਣਾ ਜੀਵਨ ਉਹ ਯਾਪਨ ਕਰਦੇ। ਗਿਆਨ ਸਮਾਨ ਕ੍ਰਿਤ ਕੇ ਜਾਨਹੁ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਗੱਲ ਨੂੰ ਸਮਝਾਉਣ ਦੇ ਵਾਸਤੇ ਇੱਕ ਬਹੁਤ ਪਿਆਰਾ ਦ੍ਰਿਸ਼ਟਾਂਤ ਦਿੱਤਾ, ਉਦਾਹਰਣ ਦਿੱਤੀ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਇਹ ਜੋ ਗਿਆਨ ਹੈ, ਇਹ ਜੋ ਬ੍ਰਹਮ ਗਿਆਨ ਹੈ, ਇਹ ਭਾਈ ਘਿਓ ਦੇ ਨਿਆਈ, ਘ੍ਰਿਤ ਦੇ ਨਿਆਈ ਹੈ। ਉੱਤਮ ਗਰਭ ਵਿਸ਼ੇਸ਼ ਪ੍ਰਮਾਨਹੁ। ਆ ਜਿਹੜਾ ਘਿਓ ਜਿਹੜਾ ਹੈ ਨਾ ਪਿਆਰਿਓ, ਇਹ ਫਿਰ ਬਹੁਤ ਜ਼ਿਆਦਾ ਉੱਤਮ ਹੈ। ਸਿਆਣੇ ਕਹਿੰਦੇ ਹਨ ਕਿ 100 ਚਾਚੇ ਇੱਕ ਪਿਓ, 100 ਖੁਰਾਕ ਤੇ ਇੱਕ ਘਿਓ।
ਇਹ ਅਖੌਤ ਬਣੀ ਹੋਈ ਹੈ ਕਿ ਭਾਵੇਂ ਚਾਚਾ ਜਿਹੜਾ 100 ਚਾਚੇ ਬਣ ਜਾਣ, ਲੇਕਿਨ ਪਿਓ ਜਿਹੜਾ ਉਹ ਇੱਕ ਹੀ ਹੁੰਦਾ। ਭਾਵੇਂ ਜਿੰਨਾ ਮਰਜੀ ਤੂੰ ਖੁਰਾਕ ਖਾਈ ਜਾ, ਲੇਕਿਨ ਸਭ ਤੋਂ ਉੱਤਮ ਖੁਰਾਕ ਜਿਹੜੀ ਹੈ 100 ਖੁਰਾਕ ਖਾ ਲੈ ਤੇ ਉਹਦਾ ਕੋਈ ਅਸਰ ਨਹੀਂ ਹੋਵੇਗਾ। ਬਸ ਇੱਕ ਖੁਰਾਕ ਜਿਹੜੀ ਹੈ ਉਹ ਘਿਓ, ਉਹ ਤੂੰ ਛਕ ਲੈਣਾ ਕਰ। ਜੇ ਤੂੰ ਘਿਓ ਨੂੰ ਛਕੇਗਾ ਤੇ ਤੂੰ ਤਗੜਾ ਹੋ ਜਾਵੇਗਾ। ਕਈ ਜਿਹੜੇ ਪਿਆਰਿਓ ਭਲਵਾਨੀ ਕਰਦੇ ਹਨ, ਜੋ ਆਪਣੇ ਸਰੀਰ ਦਾ ਆਕਾਰ ਵਧਾਉਂਦੇ ਹਨ, ਤੇ ਜ਼ਿਆਦਾ ਕਰਕੇ ਜਦੋਂ ਉਹਨਾਂ ਨੂੰ ਡਾਈਟ ਦੱਸੀ ਜਾਂਦੀ ਹੈ, ਉਹ ਜਦੋਂ ਪੁੱਛਦੇ ਤਾਂ ਸਿਆਣੇ ਇਹੀ ਕਹਿੰਦੇ ਕਿ ਭਾਈ ਵੱਧ ਤੋਂ ਵੱਧ ਘਿਓ ਖਾਇਆ ਕਰ। ਘਿਓ ਖਾਣ ਦੇ ਨਾਲ ਇਹ ਸਭ ਤੋਂ ਉੱਤਮ ਖੁਰਾਕ ਹੈ। ਲੇਕਿਨ ਦੂਜੀ ਵੀ ਗੱਲ ਪਿਆਰਿਓ ਨੋਟ ਕਰਨੀ ਚਾਹੀਦੀ ਹੈ, ਸਿਰਫ ਘਿਓ ਖਾਈ ਜਾਓ ਤੇ ਫਿਰ ਤੁਸੀਂ ਕਸਰਤ ਨਾ ਕਰਨਾ ਕਰੋ, ਜਾਂ ਤੁਹਾਨੂੰ ਕੋਈ ਬਿਮਾਰੀ ਹੈ ਤੇ ਘਿਓ ਨੇ ਜਿਹੜਾ ਚੰਗਾ ਅਸਰ ਨਹੀਂ ਕਰਨਾ, ਘਿਓ ਨੇ ਔਰ ਜ਼ਿਆਦਾ ਮਾੜਾ ਅਸਰ ਕਰਨਾ ਹੈ। ਇਸ ਕਰਕੇ ਵਿਦਵਾਨ ਇਹ ਵੀ ਦੱਸਦੇ ਹਨ ਕਿ ਖਾ ਘਿਓ ਕਰ ਕਸਰਤ, ਕਿ ਘਿਓ ਖਾ ਲੇਕਿਨ ਉਹਦੇ ਨਾਲ ਤੂੰ ਕਸਰਤ ਵੀ ਕਰਨਾ ਕਰ। ਐਵੇਂ ਬੈਠ ਕਰਕੇ ਘਿਓ ਖਾਈ ਜਾਵੇਗਾ, ਤਰ੍ਹਾਂ ਤਰ੍ਹਾਂ ਦੀਆਂ ਤੈਨੂੰ ਫਿਰ ਬਿਮਾਰੀਆਂ ਲੱਗ ਜਾਣਗੀਆਂ। ਸਤਿਗੁਰੂ ਮਹਾਰਾਜ ਇੱਥੇ ਹੁਣ ਦ੍ਰਿਸ਼ਟਾਂਤ ਦਿੰਦੇ ਹਨ, ਸਮਝਾਉਂਦੇ ਹਨ। ਮਹਾਰਾਜ ਜੀ ਨੇ ਕਿਹਾ ਕਿ ਸਭ ਤੋਂ ਉੱਤਮ ਖੁਰਾਕ ਜਿਹੜੀ ਹੈ ਉਹ ਘਿਓ ਹੈ। ਕਫ ਸੁਭਾਵ ਜਿਨ ਕੇਰ ਮਹਾਨਾ। ਲੇਕਿਨ ਜਿਹੜੇ ਬੰਦੇ ਜਿਹੜੇ ਨਾ ਪਿਆਰਿਓ, ਜਿਨ੍ਹਾਂ ਦੇ ਅੰਦਰ ਕਫ ਦੀ ਵਾਦੀ ਬਹੁਤ ਜ਼ਿਆਦੀ ਹੈ, ਭਾਵ ਕਿ ਇਹ 3 ਤਰ੍ਹਾਂ ਦੀਆਂ ਜੋ ਬਿਮਾਰੀਆਂ ਹਨ, ਆਯੁਰਵੇਦੀਆ ਚਾਰਿਆ ਜੋ ਹੁੰਦੇ ਹਨ, ਆਯੁਰਵੇਦ ਦੇ ਅਨੁਸਾਰ ਜੋ ਲੋਕਾਂ ਦਾ ਉਪਚਾਰ ਇਲਾਜ ਕਰਦੇ, ਉਹ ਦੱਸਦੇ ਕਿ ਭਾਈ ਇਹ 3 ਤਾਪ ਜਿਹੜੇ ਹਨ, ਵਾਯੂ ਹੋ ਗਿਆ, ਕਫ ਹੋ ਗਿਆ ਤੇ ਪਿੱਤ ਹੋ ਗਿਆ, ਇਹ 3 ਜਿਹੜੇ ਤਾਪ ਹਰ ਕਿਸੇ ਬੰਦੇ ਨੂੰ ਲੱਗੇ ਹੋਏ। ਇਹਨਾਂ ਦੇ ਵਿੱਚ ਇੱਕ ਵੀ ਜੇ ਤਾਪ ਵੱਧ ਜਾਵੇ ਤੇ ਫਿਰ ਬੰਦਾ ਜਿਹੜਾ ਬਿਮਾਰ ਪੈ ਜਾਂਦਾ। ਤੇ ਇਹਨਾਂ ਦੀ ਵਾਦੀ ਜਿਹੜੀ ਹੈ, ਇਹਨਾਂ ਦੀ ਤਾਸੀਰ ਜੇ ਬਰਾਬਰ ਹੋਵੇ, ਕਫ ਵੀ ਬਰਾਬਰ ਹੋਵੇ, ਪਿੱਤ ਵੀ ਜਿਹੜਾ ਬਰਾਬਰ ਹੋਵੇ, ਵਾਯੂ ਵੀ ਬਰਾਬਰ ਹੋਵੇ, ਨਾ ਘੱਟ ਹੋਵੇ ਨਾ ਵੱਧ ਹੋਵੇ, ਤਾਂ ਪਿਆਰਿਓ ਬੰਦਾ ਨਵਾਂ ਨਿਰੋਗਾ ਹੁੰਦਾ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਨਾ ਕਿ ਹਰ ਕੇ ਚਰਨ ਕਮਲ ਮਨ ਧਿਆਨ, ਪਿੱਤ ਹੋ ਗਿਆ ਤੇ ਤੀਜੀ ਜਿਹੜੀ ਹੈ ਵਾਯੂ ਹੈ। ਇਹ 3 ਇਸ ਕਰਕੇ ਜਿਹੜੇ ਆਯੁਰਵੇਦਾਚਾਰੀਆ ਹੁੰਦੇ, ਕੋਈ ਵੀ ਤਰ੍ਹਾਂ ਦੀ ਬਿਮਾਰੀ ਉਹ ਕਹਿੰਦੇ ਕਿ ਇਹਨਾਂ ਦੀ ਵਾਦੀ ਜੇ ਤਾਸੀਰ ਘਟ ਜਾਵੇ ਜਾਂ ਵੱਧ ਜਾਵੇ ਤਾਂ ਬੰਦਾ ਜਿਹੜਾ ਬਿਮਾਰ ਹੋ ਜਾਂਦਾ। ਇਸ ਕਰਕੇ ਇਸ ਦੇ ਉੱਤੇ ਹੀ ਉਹ ਜ਼ਿਆਦਾ ਇਲਾਜ ਕਰਦੇ ਹਨ। ਇਹਨੂੰ 3 ਤਾਪ ਕਿਹਾ ਗਿਆ। ਤੇ ਜਿਹਨੂੰ ਪਿਆਰ ਫਿਰ ਘਿਓ ਨੇ ਸ਼ਕਤੀ ਨਹੀਂ ਦੇਣੀ ਹੈ, ਸਗੋਂ ਉਹਨੇ ਬੇਕਾਰ, ਉਹਨੇ ਬੰਦੇ ਨੂੰ ਔਰ ਜ਼ਿਆਦਾ ਬਿਮਾਰ ਕਰ ਦੇਣਾ, ਬਿਮਾਰ ਕਰ ਦੇਣੀ ਹੈ। ਛਾਤੀ ਬੋਝ ਹੋਤ ਦੁਖ ਭਾਰਾ। ਜਦੋਂ ਪਿਆਰਿਓ ਕਫ ਜਮਾ ਹੋ ਜਾਵੇ ਨਾ, ਤੇ ਛਾਤੀ ਦੇ ਵਿੱਚ ਕਫ ਜਦੋਂ ਜੰਮ ਜਾਵੇ, ਇਹਨੂੰ ਹੀ ਤਾਂ ਪਿਆਰਿਓ ਨਿਮੋਨੀਆ ਬੋਲਦੇ ਹਨ। ਜਦੋਂ ਛਾਤੀ ਦੇ ਵਿੱਚ ਬਹੁਤ ਜ਼ਿਆਦਾ ਕਫ ਭਰ ਜਾਂਦਾ ਤੇ ਜਿਹਦੇ ਅੰਦਰ ਪਹਿਲੇ ਕਫ ਦੀ ਵਾਦੀ ਭਰੀ ਹੋਈ ਹੋਵੇ, ਉਹਨੂੰ ਘਿਓ ਖਿਲਾਓ ਤੇ ਘਿਓ ਉਹਦੇ ਵਾਸਤੇ ਜ਼ਹਿਰ ਬਣ ਜਾਂਦਾ ਤੇ ਘਿਓ ਨੇ ਫਿਰ ਛਾਤੀ ਵਿੱਚ ਜੰਮ ਜਾਣਾ ਹੈ ਤੇ ਸਾਰੀ ਛਾਤੀ ਜਿਹੜੀ ਹੈ ਘਿਓ ਨੇ ਫਿਰ ਉਹਦੀ ਜਾਮ ਕਰ ਦੇਣਾ। ਹੋਤ ਰੋਗ ਕੋ ਕਾਰਨ ਸੋਈ। ਫਿਰ ਘਿਓ ਜਿਹੜਾ ਪਿਆਰਿਓ ਸ਼ਕਤੀ ਦਾ ਕਾਰਨ ਨਹੀਂ ਬਣਦਾ, ਉਹ ਖੁਰਾਕ ਦਾ ਕਾਰਨ ਨਹੀਂ ਬਣਦਾ, ਤੇ ਘਿਓ ਜਿਹੜਾ ਹੈ ਫਿਰ ਰੋਗ ਦਾ ਕਾਰਨ ਬਣ ਜਾਂਦਾ ਹੈ। ਕਿਉਂਕਿ ਵਧੀਆ ਰਹਿ ਕਰਕੇ ਜਦੋਂ ਕਫ ਦੀ ਵਾਦੀ ਨਾ ਹੋਵੇ, ਤੁਸੀਂ ਘਿਓ ਖਾਓ, ਵਧੀਆ ਕਸਰਤ ਕਰੋ ਤੇ ਇਹ ਖੁਰਾਕ ਜਿਹੜੀ ਹੈ ਤੁਹਾਡੇ ਸਰੀਰ ਨੂੰ ਲੱਗੇਗੀ।
ਲੇਕਿਨ ਜਿਹੜਾ ਬੰਦਾ ਜਿਹਨੂੰ ਕਫ ਦੀ ਬਿਮਾਰੀ ਹੈ ਉਹਨੂੰ ਫਿਰ ਤੁਸੀਂ ਘਿਓ ਖਵਾ ਦਿਓ, ਉਹਨੇ ਸ਼ਕਤੀਸ਼ਾਲੀ ਨਹੀਂ ਬਣਨਾ, ਤਾਕਤ ਨਹੀਂ ਵਧਣੀ ਹੈ, ਸਗੋਂ ਉਹਦਾ ਰੋਗ ਵੱਧ ਜਾਣਾ। ਤਹਿ ਤੇ ਸੁਖੀ ਸਰੀਰ ਨਾ ਹੋਈ। ਫਿਰ ਘਿਓ ਕਰਕੇ ਸਰੀਰ ਸੁਖੀ ਨਹੀਂ ਹੁੰਦਾ, ਸਰੀਰ ਨੂੰ ਬਹੁਤ ਜ਼ਿਆਦਾ ਦੁੱਖ ਲੱਗ ਜਾਂਦਾ। ਅਚਿਓ ਹੇਤ ਸੁਖ ਵੈ ਵਿਪਰੀਤ। ਕਿਉਂਕਿ ਬੰਦੇ ਨੇ ਘਿਓ ਛਕਣਾ ਕੀਤਾ ਤੇ ਜਦੋਂ ਉਹਨੇ ਘਿਓ ਤਾਂ ਛਕਿਆ, ਉਹਨੂੰ ਲੱਗਿਆ ਕਿ ਭਾਈ ਘਿਓ ਜਿਹੜਾ ਮੈਨੂੰ ਸੁਖ ਦੇਵੇਗਾ, ਲੇਕਿਨ ਘਿਓ ਨੇ ਜਾ ਕਰਕੇ ਮਿੱਠਾ ਕਰਕੇ ਖਾਇਆ, 3 ਤਨ ਕੀਤਾ ਰੋਗ, ਤੇ ਮਿੱਠਾ ਕਰਕੇ ਉਹਨੇ ਵਧੀਆ ਖੁਰਾਕ ਕਰਕੇ ਛਕਣਾ ਕੀਤਾ, ਜ਼ਹਿਰ ਦਾ ਕੰਮ ਕੀਤਾ। ਗੁਣ ਤੋ ਰਹਿਓ ਸੋ ਔਗੁਣ ਕੀਤਾ। ਉਹਦਾ ਘਿਓ ਦਾ ਗੁਣ ਤਾਂ ਰਹਿ ਗਿਆ, ਸ਼ਕਤੀ ਵਧਾਉਣੀ ਤਾਂ ਇੱਕ ਪਾਸੇ ਰਹਿ ਗਈ ਹੈ, ਫਿਰ ਘਿਓ ਨੇ ਫਿਰ ਉਹਦੇ ਵਾਸਤੇ ਔਗੁਣ ਪੈਦਾ ਕਰ ਦਿੱਤਾ, ਉਹਨੂੰ ਬਿਮਾਰ ਕਰ ਦਿੱਤਾ। ਪਿੱਤੀ ਕੋ ਜਿਨ ਕੇਰ ਸੁਭਾਉ। ਹੁਣ ਇਹ ਤੋਂ ਬਾਅਦ ਸਤਿਗੁਰੂ ਮਹਾਰਾਜ ਹੁਣ ਦੂਜਾ ਦ੍ਰਿਸ਼ਟਾਂਤ ਦੇ ਰਹੇ ਹਨ, ਘਿਓ ਦਾ ਹੀ ਦ੍ਰਿਸ਼ਟਾਂਤ ਵਰਤਦੇ ਕਿ ਜਿਹਨੂੰ ਪਿੱਤੇ ਦੀ ਪ੍ਰੋਬਲਮ ਹੋ ਜਾਵੇ, ਮਿਹਦੇ ਦੀ ਪ੍ਰੋਬਲਮ ਹੋ ਜਾਵੇ, ਜਿਹਨੂੰ ਹਾਜਮੇ ਦੀ ਪ੍ਰੋਬਲਮ ਹੋ ਜਾਵੇ, ਤੇ ਕ੍ਰਿਤ ਪੀ ਕਰ ਚਾਹੇ ਪਚਾਓ। ਫਿਰ ਉਹਨੂੰ ਜੇ ਲੱਗੇ ਜਿਹਨੂੰ ਬਦਹਜਮੀ ਹੋ ਜਾਵੇ, ਅਤੀਸਾਰ ਲੱਗ ਜਾਵੇ, ਲੂਜ਼ ਮੋਸ਼ਨ ਜਿਹਨੂੰ ਲੱਗ ਜਾਵੇ, ਉਹਦੇ ਮਨ ਵਿੱਚ ਆਵੇ ਕਿ ਚਲੋ ਜੀ ਮੈਂ ਬਹੁਤ ਦੁਬਲਾ ਹੋ ਗਿਆ, ਪੇਟ ਖਾਲੀ ਹੋ ਗਿਆ, ਚਲੋ ਸੁਣਿਆ ਕਿ ਭਾਈ ਘਿਓ ਬਹੁਤ ਵਧੀਆ ਖੁਰਾਕ ਹੈ, ਜਿਹੜੇ ਸਿਆਣੇ ਘਰਾਂ ਦੇ ਵਿੱਚ ਹੁੰਦੇ ਹਨ ਮਾਤਾ ਪਿਤਾ, ਤੇ ਜਦੋਂ ਬੱਚੇ ਨੂੰ ਲੱਗਦਾ, ਉਹਨਾਂ ਨੂੰ ਪਤਾ ਲੱਗਦਾ ਕਿ ਭਾਈ ਬੱਚਾ ਬਿਮਾਰ ਹੈ, ਇਹਨੂੰ ਬੁਖਾਰ ਹੈ, ਬੁਖਾਰ ਦੇ ਵਿੱਚ ਵੀ ਪਿਆਰਿਓ ਘਿਓ ਨਹੀਂ ਦਿੱਤਾ ਜਾਂਦਾ। ਜੇ ਬੁਖਾਰ ਦੇ ਵਿੱਚ ਕਿਸੇ ਨੂੰ ਘਿਓ ਜ਼ਿਆਦਾ ਖਵਾ ਦਿਓ, ਉਹ ਫਿਰ ਘਿਓ ਕਰਕੇ ਔਰ ਜ਼ਿਆਦਾ ਹੀ ਬੁਖਾਰ ਚੜ ਜਾਂਦੀ ਹੈ, ਔਰ ਜ਼ਿਆਦਾ ਬਿਮਾਰ ਹੋ ਜਾਂਦਾ। ਜਾਂ ਜਿਹਨੂੰ ਕਫ ਦੀ ਪ੍ਰੋਬਲਮ ਹੋ ਜਾਵੇ, ਉਹਨੂੰ ਘਿਓ ਦਿਓ, ਉਹ ਜ਼ਹਿਰ ਬਣ ਜਾਂਦਾ। ਜਾਂ ਜਿਹਦਾ ਹਾਜਮਾ ਠੀਕ ਨਹੀਂ ਹੈ, ਉਹਨੂੰ ਘਿਓ ਖਵਾ ਦਿਓ, ਉਹਨੂੰ ਅਤੀਸਾਰ ਲੱਗ ਜਾਂਦੇ ਹਨ, ਲੂਜ਼ ਮੋਸ਼ਨ ਲੱਗ ਜਾਂਦੇ, ਭਾਵੇਂ ਜਿੰਨਾ ਮਰਜੀ ਉਪਚਾਰ ਕਰਨਾ ਕਰੋ, ਉਹਦਾ ਕੋਈ ਇਲਾਜ ਨਹੀਂ ਹੋ ਸਕਦਾ। ਕਹੇ ਵਿਚਛਨ ਮਾਨਵ ਜੀ। ਤੇ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਜਿਹੜੇ ਵਿਚਛਨ ਵਿਸ਼ੇਸ਼ ਲੱਛਣ ਵਾਲੇ ਜਿਹੜੇ ਮਨੁੱਖ ਹਨ, ਛਟੇ ਅੰਬੇਜ਼ ਤਾਹੇ ਕੋ ਸੋਈ। ਉਹ ਕੀ ਕਰਦੇ ਹਨ, ਜਦੋਂ ਵੀ ਘਿਓ ਛਕਣਾ ਤੇ ਸਿਆਣੇ ਕਹਿੰਦੇ ਕਿ ਘਿਓ ਜਿਹੜਾ ਹੈ ਉਹਨੂੰ ਸਿੱਧਾ ਘਿਓ ਖਾ ਲਿਓ, ਉਹਨੇ ਪਿਆਰਿਓ ਫਿਰ ਚੰਗਾ ਅਸਰ ਨਹੀਂ ਕਰਨਾ, ਉਹਦੇ ਦੁਸ਼ਪਰਿਣਾਮ ਬਹੁਤ ਜ਼ਿਆਦਾ ਹੋਣਗੇ। ਇਸ ਕਰਕੇ ਉਹ ਕੀ ਕਰਦੇ, ਜਦੋਂ ਘਿਓ ਖਾਣਾ ਨਾ, ਉਹਦੇ ਵਿੱਚ ਕੁਝ ਰਲਾ ਕਰਕੇ, ਜ਼ਿਆਦਾ ਕਰਕੇ ਆਪ ਜੀ ਨੇ ਇੱਕ ਬਚਨ ਜਿਹੜਾ ਸੁਣਿਆ ਹੋਵੇਗਾ, ਕੋਈ ਬੰਦਾ ਆ ਕਰਕੇ ਸਾਨੂੰ ਖੁਸ਼ਖਬਰੀ ਦਵੇ, ਇਹ ਪਿਆਰਿਓ ਅਖੌਤ ਹੈ, ਇਹ ਕਹਾਵਤਾਂ ਬਣੀਆਂ ਹੋਈਆਂ, ਅੱਜ ਵੀ ਆਪਾਂ ਕਹਿ ਦਿੰਦੇ ਆ, ਇਹ ਮੁਹਾਵਰੇ ਪੇਸ਼ ਕਰਦੇ ਆ, ਲੇਕਿਨ ਇਹਨਾਂ ਮੁਹਾਵਰਿਆਂ ਦੇ ਵਿੱਚ ਪਿਆਰਿਓ ਬਹੁਤ ਜ਼ਿਆਦੀ ਰਮਜ ਜਿਹੜੀ ਹੈ ਛੁਪੀ ਹੋਈ ਹੈ। ਕਦੇ ਕੋਈ ਬੰਦਾ ਆ ਕਰਕੇ ਸਾਨੂੰ ਖੁਸ਼ਖਬਰੀ ਦੇ ਦਵੇ ਤੇ ਅੱਜ ਵੀ ਆਪਾਂ ਸਿੱਧਾ ਕਹਿ ਦਿੰਦੇ, ਭਾਈ ਤੇਰੇ ਮੂੰਹ ਦੇ ਵਿੱਚ ਘਿਓ, ਕਿਉਂਕਿ ਇਹ ਕਿਉਂ ਕਿਹਾ ਜਾਂਦਾ ਘਿਓ ਸ਼ੱਕਰ, ਕਿਉਂਕਿ ਸਿੱਧਾ ਤੁਸੀਂ ਘਿਓ ਖਾਓ ਤੇ ਘਿਓ ਜਿਹੜਾ ਹਾਨੀਕਾਰਕ ਹੋਵੇਗਾ, ਤੇ ਸਿੱਧੀ ਖੰਡ ਜਿਹੜੀ ਆ, ਸ਼ੱਕਰ ਜਿਹੜੀ ਆ ਤੁਸੀਂ ਖਾਈ ਜਾਓ, ਉਹ ਵੀ ਤੁਹਾਡੇ ਵਾਸਤੇ ਹਾਨੀਕਾਰਕ ਹੋਵੇਗੀ। ਲੇਕਿਨ ਜਦੋਂ ਸੱਖਰ ਦੇ ਵਿੱਚ ਆਪ ਜੀ ਘਿਓ ਮਿਲਾ ਕਰਕੇ ਛਕੋਗੇ ਤੇ ਇਹਦੇ ਨਾਲ ਕੀ ਹੁੰਦਾ,
ਕੇ ਖਾਏ ਸਾਧ ਸੋ ਪੁਨ ਗੁਣ ਲੰਮੀ। ਫਿਰ ਇੱਕ ਤਾਂ ਉਹਦਾ ਸਵਾਦ ਵੀ ਆ ਜਾਂਦਾ ਤੇ ਘਿਓ ਦਾ ਪੂਰਾ ਗੁਣ ਜਿਹੜਾ ਬੰਦੇ ਦੇ ਅੰਦਰ ਉਤਰਦਾ। ਭਾਵ ਕੇ ਪਿਆਰਿਓ ਅੱਜ ਵੀ ਆਪ ਜੀ ਵੇਖੋ ਸਭ ਤੋਂ ਵੱਡੀ ਖੁਰਾਕ ਜਿਹੜੀ ਹੈ ਸਿਆਣੇ ਕਹਿੰਦੇ ਘਿਓ ਹੈ। 100 ਖੁਰਾਕਾਂ ਖਾ ਲਿਓ ਤੇ ਉਹਨਾਂ 100 ਖੁਰਾਕਾਂ ਨੂੰ ਹਟਾ ਕਰਕੇ ਇੱਕ ਘਿਓ ਖਾਓ, 100 ਖੁਰਾਕ ਦੀ ਤੁਹਾਨੂੰ ਉਹਨੇ ਤਾਕਤ ਦੇਣੀ ਹੈ। ਲੇਕਿਨ ਬੰਦੇ ਦੇ ਅੰਦਰ ਪਾਚਨ ਸ਼ਕਤੀ ਵੀ ਚਾਹੀਦੀ ਹੈ। ਜੇ ਬੰਦੇ ਦੇ ਅੰਦਰ ਪਾਚਨ ਦੀ ਸ਼ਕਤੀ ਨਾ ਹੋਵੇ ਤੇ ਉਹਨੂੰ ਵਧੀਆ ਖੁਰਾਕ ਦਿਓ ਤੇ ਉਹ ਖੁਰਾਕ ਨੇ ਉਹਦਾ ਗਲਤ ਅਸਰ ਕਰਨਾ। ਜਿਹੜਾ ਬੰਦਾ ਲਿੱਸਾ ਜਾਂ ਕੋਈ ਬੰਦਾ ਹੋਵੇ, ਕਮਜ਼ੋਰ ਦਾ ਬੰਦਾ ਹੋਵੇ, ਉਹਨੂੰ ਵਧੀਆ ਤੋਂ ਵਧੀਆ ਖੁਰਾਕ ਖਿਲਾਈ ਜਾਓ, ਉਹਦੇ ਉੱਤੇ ਫਿਰ ਉਹਦਾ ਮਾੜਾ ਅਸਰ ਹੁੰਦਾ। ਕਈ ਵਾਰੀ ਪਿਆਰਿਓ ਆਪਾਂ ਵੇਖਦੇ ਹਾਂ ਕਈ ਜਿਹੜੇ ਦੁਬਲੇ ਪਤਲੇ ਸੁੱਕੇ ਜੇ ਹੁੰਦੇ ਹਨ, ਭਾਵੇਂ ਜਿੰਨਾ ਮਰਜੀ ਉਹਨਾਂ ਨੂੰ ਖੁਰਾਕਾਂ ਖਵਾਈ ਜਾਓ, ਘਿਓ ਪਿਵਾਈ ਜਾਓ, ਲੇਕਿਨ ਉਹਨਾਂ ਦੇ ਸਰੀਰ ਨੂੰ ਲੱਗਦਾ ਹੀ ਨਹੀਂ ਹੈ। ਥੋੜਾ ਵੀ ਘਿਓ ਖਵਾਓ ਉਸੇ ਵੇਲੇ ਅਤੀਸਾਰ ਲੱਗ ਜਾਂਦਾ, ਉਹ ਬਿਮਾਰ ਪੈ ਜਾਂਦੇ। ਕਿਉਂਕਿ ਖੁਰਾਕ ਹੈ ਪਿਆਰਿਓ ਆਪਣੇ ਆਪ ਦੇ ਵਿੱਚ ਬਹੁਤ ਉੱਤਮ ਚੀਜ਼ ਆ, ਲੇਕਿਨ ਤੁਹਾਨੂੰ ਉਹਨੂੰ ਪਚਾਉਣ ਦੀ ਸ਼ਕਤੀ ਵੀ ਚਾਹੀਦੀ ਹੈ। ਜੇ ਤੁਸੀਂ ਖੁਰਾਕ ਨੂੰ ਪਚਾਉਣ ਦੀ ਸ਼ਕਤੀ ਨਹੀਂ ਰੱਖਦੇ ਤਾਂ ਉਹ ਖੁਰਾਕ ਤੁਹਾਡੇ ਵਾਸਤੇ ਜ਼ਹਿਰ ਬਣ ਜਾਂਦੀ ਹੈ। ਕੈਸੇ ਸੁਨਹੁ ਗਿਆਨ ਕੀ ਚਾਲੀ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਪਿਆਰਿਓ ਇਹ ਬਾਹਰੀ ਦ੍ਰਿਸ਼ਟਾਂਤ ਦੇ ਕਰਕੇ ਹੁਣ ਜੋ ਮਰਗਸ ਦੀ ਗੱਲ ਜਿਹੜੀ ਹੈ ਉਹਦੇ ਵੱਲ ਆਉਂਦੇ ਹਨ ਤੇ ਮਹਾਰਾਜ ਦੱਸਦੇ ਇਸ ਤਰ੍ਹਾਂ ਹੀ ਭਾਈ ਇਹ ਗਿਆਨ ਦੀ ਗੱਲ ਹੈ। ਪਾਏ ਰੀਤ ਜਿਸ ਹੋਤ ਘੁਟਾਲੀ। ਤੇ ਫਿਰ ਇਹਨੂੰ ਪ੍ਰਾਪਤ ਕਰਕੇ ਕਈ ਵਾਰੀ ਕਈਆਂ ਨੂੰ ਜੇ ਗਿਆਨ ਪ੍ਰਾਪਤ ਹੋ ਜਾਵੇ, ਚੰਗੀਆਂ ਜੋ ਗਿਆਨ ਦੀਆਂ ਗੱਲਾਂ ਕਰਦਾ, ਲੇਕਿਨ ਹਾਂ ਜਿਨ ਕੋ ਕਫ ਹੰਕਾਰ ਘਨੇਰਾ। ਹੁਣ ਸਤਿਗੁਰੂ ਮਹਾਰਾਜ ਪਹਿਲੇ ਜਿਹੜਾ ਬਾਹਰੀ ਦ੍ਰਿਸ਼ਟਾਂਤ ਦਿੱਤਾ ਤੇ ਹੁਣ ਉਹਦੇ ਭਾਵ ਆਰਥ ਕਰਦੇ ਹਨ, ਅੰਤਰੀਵ ਗੱਲ ਦੱਸਦੇ ਹਨ ਕਿ ਜਿਨ੍ਹਾਂ ਨੂੰ ਅਹੰਕਾਰ ਰੂਪੀ ਕਫ ਲੱਗਿਆ ਹੋਇਆ ਹੈ। ਸੁਨਤ ਗਿਆਨ ਤਿਨ ਵਧੇ ਵਧੇਰਾ। ਇਹੋ ਜੇ ਅਹੰਕਾਰੀ ਬੰਦੇ ਜਿਹੜੇ ਹਨ ਜਦੋਂ ਗਿਆਨ ਦੀਆਂ ਗੱਲਾਂ ਉਹ ਸੁਣਦੇ ਤਾਂ ਫਿਰ ਭਾਵ ਕੇ ਗਿਆਨ ਦੀ ਗੱਲ ਇਹ ਘਿਓ ਦੇ ਨਿਆਈ ਜਾਣਨਾ ਕਰੋ। ਜਿਹਨੂੰ ਪਹਿਲੇ ਹੀ ਅਹੰਕਾਰ ਦਾ ਕਫ ਲੱਗਿਆ ਹੋਇਆ ਤੇ ਉਹਨੂੰ ਫਿਰ ਗਿਆਨ ਰੂਪੀ ਤੁਸੀਂ ਘਿਓ ਖਵਾਈ ਜਾਓ ਤੇ ਉਹਦੇ ਕਿਉਂਕਿ ਕਈ ਜੋ ਅਹੰਕਾਰੀ ਵਿਅਕਤੀ ਹੁੰਦੇ ਹਨ, ਜਣੇ ਕੜੇ ਛੋਟੇ ਮੋਟੇ, ਕਈ ਵਾਰੀ ਆਪ ਜੀ ਨੇ ਵੇਖਿਆ ਹੋਵੇਗਾ ਆਪਾਂ ਕਹਿ ਦਿੰਦੇ ਯਾਰੋ ਫਲਾਣੇ ਬੰਦੇ ਨੂੰ ਤਾਂ ਕੁਝ ਜ਼ਿਆਦਾ ਪਤਾ ਨਹੀਂ ਹੈ, ਬਸ ਉਹਨੇ 4 ਕਿਤਾਬਾਂ ਪੜ੍ਹ ਲਈਆਂ, ਉਹਦਾ ਤਾਂ ਅਹੰਕਾਰ ਤਾਂ ਅਸਮਾਨ ਦੇ ਵਿੱਚ ਨਹੀਂ ਸਮਾਉਂਦਾ, ਉਹ ਤਾਂ ਕਿੰਨਾ ਵੱਡਾ ਅਹੰਕਾਰੀ ਬਣ ਕੇ ਬੈਠ ਗਿਆ। ਸਭ ਤੈ ਊਚ ਆਪ ਕੋ ਜਾਣੈ। ਅਹੰਕਾਰੀ ਬੰਦੇ ਨੂੰ ਗਿਆਨ ਦਾ ਪਤਾ ਚੱਲ ਜਾਵੇ, ਇਸ ਤਰ੍ਹਾਂ ਗਿਆਨ ਦੀਆਂ ਗੱਲਾਂ ਔਰ ਤੋਤਾ ਰਟਨ ਉਹਦਾ ਕਰਕੇ ਫਿਰ ਕਹਿ ਦਿੰਦੇ ਕਿ ਭਾਈ ਮੈਂ ਸਭ ਤੋਂ ਵੱਡਾ ਤੇ ਮੈਂ ਹੀ ਪਇਓ ਜਗਤ ਕੋ ਕਰਤਾ, ਮੈਂ ਬਿਨ ਆਨ ਨਾ ਕੋਏ। ਉਹ ਲੋਕਾਂ ਨੂੰ ਕਹਿ ਦਿੰਦੇ ਕਿ ਲੋਕੋ ਮੈਂ ਹੀ ਜਗਤ ਦਾ ਕਰਤਾ ਧਰਤਾ ਹਾਂ, ਮੇਰੀ ਪੂਜਾ ਕਰਨਾ ਕਰੋ, ਮੇਰੇ ਤੋਂ ਇਲਾਵਾ ਕੋਈ ਵੱਡਾ ਨਹੀਂ ਹੈ। ਅਨੇਕ ਪਖੰਡਨ ਕੀ ਬਿਦ ਥਾਨ। ਫਿਰ ਆਪਣੀ ਪੂਜਾ ਕਰਾਉਣ ਵਾਸਤੇ ਇਹੋ ਜਿਹੇ ਅਹੰਕਾਰੀ ਲੋਕ ਤਰ੍ਹਾਂ ਤਰ੍ਹਾਂ ਦੇ ਉਹ ਪਖੰਡ ਕਰਦੇ ਹਨ, ਕਰਮ ਕਾਂਡ ਕਰਕੇ ਦਿਖਾਉਂਦੇ ਹਨ। ਕਿਉਂਕਿ ਇਹ ਕਰਮ ਕਾਂਡ ਕਿਉਂ ਕੀਤਾ ਜਾਂਦਾ, ਪਖੰਡ ਕਿਉਂ ਕੀਤਾ ਜਾਂਦਾ, ਇਹਦਾ ਪਿਆਰਿਓ 2 ਕਾਰਨ ਹੈ, ਮੂਲ 2 ਕਾਰਨ ਹਨ। ਇੱਕ ਤਾਂ ਜਿਹੜਾ ਮਾਇਆ ਦੇ ਵਾਸਤੇ, ਲੋਕੀ ਜਿਹੜੇ ਮਾਇਆ ਦੇ ਵਾਸਤੇ ਪਖੰਡ ਕਰਦੇ ਹਨ ਤੇ ਕਈ ਲੋਕ ਜਿਹੜੇ ਆਪਣੀ ਮਨੌਤਾ ਦੇ ਵਾਸਤੇ, ਆਪਣੀ ਪੂਜਾ ਕਰਾਉਣ ਦੇ ਵਾਸਤੇ, ਆਪਣੀ ਬੱਲੇ ਬੱਲੇ ਕਰਾਉਣ ਦੇ ਵਾਸਤੇ ਉਹ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਕੇ ਦਿਖਾਉਂਦੇ। ਭਗਤ ਭਾਵ ਤਜ ਨਿਵੈ ਨ ਕਾਹੂ। ਉਹਨਾਂ ਨੂੰ ਫਿਰ ਭਗਤੀ ਪ੍ਰੇਮਾ ਭਗਤੀ ਦਾ ਕੋਈ ਪਤਾ ਨਹੀਂ ਹੁੰਦਾ ਤੇ ਇਹੋ ਜਿਹੇ ਆਕੜੇ ਬੰਦੇ, ਅਹੰਕਾਰੀ ਬੰਦਿਆਂ ਨੂੰ ਥੋੜਾ ਵੀ ਗਿਆਨ ਪ੍ਰਾਪਤ ਹੋ ਜਾਵੇ ਔਰ ਆਕੜ ਦੇ ਨਾਲ ਭਰ ਜਾਂਦੇ ਹਨ। ਉਹ ਤਾਂ ਆਨ ਕੋ ਆਨਤ ਹੈ ਨਾ ਹੀ ਹੈ, ਫਿਰ ਤਾਂ ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਘ ਮਾਤਰ। ਭਾਵ ਕੇ ਆਪਣੇ ਆਪ ਨੂੰ ਉਹ ਬਹੁਤ ਵੱਡਾ ਅਖਵਾਉਂਦੇ, ਕੋਈ ਦੂਜਾ ਆ ਜਾਵੇ ਤੇ ਕਹਿੰਦੇ ਤੂੰ ਤਾਂ ਮੇਰੇ ਸਾਹਮਣੇ ਸਿਆਰੀ ਬਿਆਰੀ ਵੀ ਨਹੀਂ ਹੈ। ਛਾਤੀ ਰੋਗ ਬੋਝ ਹੋਏ ਤਾਹੂ। ਫਿਰ ਉਹਨਾਂ ਦੇ ਵਾਸਤੇ ਛਾਤੀ ਦਾ ਰੋਗ ਬਣ ਜਾਂਦਾ, ਇਹ ਅਹੰਕਾਰ ਹੀ ਉਹਨਾਂ ਨੂੰ ਰੋਗ ਲੱਗ ਜਾਂਦਾ। ਤੇ ਜਿਨ੍ਹਾਂ ਨੂੰ ਪਿਆਰਿਓ ਰੋਗ ਲੱਗ ਜਾਵੇ, ਮਹਾਰਾਜ ਜੀ ਨੇ ਕਿਹਾ ਨਾ ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ।
ਇਹ ਹਉਮੈ ਦਾ ਬਹੁਤ ਵੱਡਾ ਰੋਗ ਹੈ। ਜਨਮ ਮਰਨ ਕੀ ਪੀਰਾ ਪਾਈ, ਫਿਰ ਉਹਨੂੰ ਜਨਮ ਮਰਨ ਦੀ ਪੀੜਾ ਉਹਨੂੰ ਪ੍ਰਾਪਤ ਹੁੰਦੀ ਹੈ। ਜਿਹੜੇ ਅਹੰਕਾਰੀ ਬੰਦੇ ਨੂੰ ਗਿਆਨ ਪ੍ਰਾਪਤ ਹੋ ਜਾਵੇ ਉਹ ਔਰ ਜ਼ਿਆਦਾ ਅਹੰਕਾਰੀ ਬਣ ਜਾਂਦਾ, ਤੇ ਗਿਆਨ ਦੇ ਨਾਲ ਉਹਦਾ ਸਵਰਦਾ ਨਹੀਂ ਤੇ ਸਗੋਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਸੁਖ ਤੋ ਰਹਿਓ ਭਇਓ ਦੁਖਦਾਈ, ਉਹਨੂੰ ਤਾਂ ਸੁਖ ਪ੍ਰਾਪਤ ਨਹੀਂ ਹੁੰਦਾ, ਤੇ ਇਹ ਅਖੌਤੀ ਗਿਆਨ ਜਿਹੜਾ ਹੈ ਉਹਦੇ ਗਿਆਨ ਉਹਦੇ ਵਾਸਤੇ ਦੁਖਦਾਈ ਹੋ ਜਾਂਦਾ। ਜਿਸ ਤਰ੍ਹਾਂ ਕਿ ਕੋਈ ਕਮਜ਼ੋਰ ਬੰਦਾ ਕਫ ਦੀ ਬਿਰਤੀ ਹੋਵੇ ਜਿਹਦੀ, ਉਹਨੂੰ ਘਿਓ ਖਵਾ ਦਿਓ ਤੇ ਘਿਓ ਤਾਂ ਉਹਦੇ ਸਰੀਰ ਨੂੰ ਕੀ ਲੱਗਣਾ, ਸਗੋਂ ਉਹਨੂੰ ਔਰ ਜ਼ਿਆਦਾ ਉਹ ਰੋਗੀ ਬਣਾ ਦਿੰਦਾ। ਪੀਤੀ ਵਿਸ਼ੇ ਬਾਸ਼ਨਾ ਜਾਹੀ, ਹੁਣ ਅੱਗੇ ਸਤਿਗੁਰੂ ਮਹਾਰਾਜ ਦੂਜਾ ਪ੍ਰਮਾਣ ਦਿੰਦੇ ਹਨ, ਤੇ ਜਿਨ੍ਹਾਂ ਨੂੰ ਵਿਸ਼ਿਆਂ ਦੀ ਵਾਸ਼ਨਾ ਲੱਗੀ ਹੋਈ ਹੈ, ਜਿਹੜੇ ਕਾਮ ਕ੍ਰੋਧ ਲੋਭ ਮੋਹ ਦੇ ਵਿੱਚ ਜਿਹੜੇ ਫਸੇ ਹੋਏ ਹਨ, ਤੇ ਸੁਣ ਕੇ ਨਿਸ਼ੰਕ ਹੋਏ ਜਾਹੀ, ਉਹ ਗਿਆਨ ਦੀਆਂ ਗੱਲਾਂ ਨੂੰ ਸੁਣ ਕਰਕੇ ਉਹ ਨਿਸ਼ੰਕ ਹੋ ਜਾਂਦੇ। ਉਹ ਕਹਿ ਦਿੰਦੇ ਕਿ ਭਾਈ ਜੋ ਮਰਜ਼ੀ ਕਰਨਾ ਕਰੋ, ਕੌਣ ਵੇਖਣ ਵਾਲਾ ਹੈ ਭਾਈ, ਇਹ ਸਭ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੋ ਰਿਹਾ ਕਰਕੇ। ਬੀਚ ਵਿਸ਼ੇ ਕੇ ਫਸ ਕੇ ਸੂਈ, ਉਹ ਕੀ ਕਰਦੇ ਹਨ, ਵਿਸ਼ੇ ਵਿਕਾਰਾਂ ਦੇ ਵਿੱਚ ਜਿਹੜਾ ਬੰਦਾ ਲੱਗਿਆ ਹੋਇਆ ਉਹਨੂੰ ਗਿਆਨ ਦੀਆਂ ਊਰਕ ਨਰਕ ਗਮਨ ਤਿਨ ਹੋਈ, ਫਿਰ ਓਲਕ ਨੂੰ ਅਖੀਰ ਨੂੰ ਉਹਦਾ ਗਮਨ ਜਿਹੜਾ ਨਰਕਾਂ ਨੂੰ ਹੋ ਜਾਂਦਾ। ਭਾਵ ਕਿ ਇਹੋ ਜਿਹੇ ਬੰਦੇ ਅਖੀਰ ਨੂੰ ਨਰਕਾਂ ਨੂੰ ਜਾਂਦੇ ਹਨ। ਵਿਸ਼ਯਨ ਵਿਖੇ ਪਰਵਰਤਨ ਜੋਈ, ਕਿਉਂਕਿ ਜਿਨ੍ਹਾਂ ਨੇ ਗਿਆਨ ਨੂੰ ਵਿਸ਼ੇ ਵਿਕਾਰਾਂ ਦੇ ਵਿੱਚ ਪਰਿਵਰਤ ਕਰਨਾ ਕੀਤਾ, ਭਾਵ ਕਿ ਜਿਨ੍ਹਾਂ ਦਾ ਹਾਜ਼ਮਾ ਠੀਕ ਨਹੀਂ ਹੈ, ਉਹਨੂੰ ਜੇ ਘਿਓ ਪ੍ਰਾਪਤ ਹੋ ਜਾਵੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਅਤੀਸਾਰ ਲੱਗ ਜਾਂਦਾ ਔਰ ਕਮਜ਼ੋਰ ਹੋ ਜਾਂਦੇ, ਫਿਰ ਘਿਓ ਜਿਹੜਾ ਉਹਨਾਂ ਦੇ ਵਾਸਤੇ ਦੁਖਦਾਈ ਬਣ ਜਾਂਦਾ। ਇਸ ਤਰ੍ਹਾਂ ਹੀ ਜਿਹੜੇ ਵਿਸ਼ੇ ਵਾਸ਼ਨਾ ਦੇ ਵਿੱਚ ਲੱਗੇ ਹੋਏ, ਉਹਨਾਂ ਨੂੰ ਜੇ ਇਹ ਗਿਆਨ ਦੀਆਂ ਗੱਲਾਂ ਕੁਝ ਪਤਾ ਲੱਗ ਜਾਵੇ, ਗਿਆਨ ਪ੍ਰਾਪਤ ਹੋ ਜਾਵੇ, ਬਾਹਰੀ ਗਿਆਨ, ਤੇ ਉਹਨਾਂ ਦੇ ਵਾਸਤੇ ਇਹ ਰੋਗ ਦਾ ਕਾਰਨ ਬਣ ਜਾਂਦਾ, ਉਹਨਾਂ ਨੂੰ ਅਤੀਸਾਰ ਲੱਗ ਜਾਂਦਾ। ਅਤੀਸਾਰ ਇਹ ਖਰੋ ਦੁਖ ਹੋਈ, ਇਹ ਉਹਨੂੰ ਅਤੀਸਾਰ ਲੱਗ ਜਾਂਦਾ। ਫਿਰ ਗਿਆਨ ਇਹਨਾਂ ਦੇ ਵਾਸਤੇ ਜ਼ਹਿਰ ਦਾ ਕੰਮ ਕਰਦਾ ਹੈ, ਫਿਰ ਗਿਆਨ ਅੰਮ੍ਰਿਤ ਨਹੀਂ ਰਹਿ ਜਾਂਦਾ, ਫਿਰ ਗਿਆਨ ਜ਼ਹਿਰਵਤ ਹੋ ਕਰਕੇ ਇਹਨਾਂ ਦੇ ਉੱਤੇ ਅਸਰ ਕਰਦਾ। ਤਾਂ ਤੇ ਮਿਸਰੀ ਭਗਤ ਸੰਜੂਤੀ, ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਬੇਸ਼ੱਕ ਜਿੰਨਾ ਮਰਜੀ ਬੰਦੇ ਨੂੰ ਗਿਆਨ ਹੋਵੇ ਤੇ ਇਹ ਜੋ ਉਦਘੋਸ਼ ਹਨ ਉਹਨੂੰ ਪਤਾ ਹੋਵੇ ਕਿ ਮੈਂ ਅਹੰ ਬ੍ਰਹਮ ਆਸਮੀ ਆ। ਮਹਾਰਾਜ ਨੇ ਕਿਹਾ ਨਾ ਕਹੋ ਕਬੀਰ ਹਮ ਰਾਮ ਕੀ ਅੰਸ, ਜਗ ਪਕਾਗਰ ਪਰ ਮਿਟੈ ਨਾ ਮਾਨਸ। ਬੇਸ਼ੱਕ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਮੇਰੇ ਅੰਦਰ ਪ੍ਰਮਾਤਮਾ ਦੀ ਅੰਸ਼ ਵਿਰਾਜਮਾਨ ਹੈ, ਮੈਂ ਖੁਦ ਪ੍ਰਮਾਤਮਾ ਹਾਂ, ਭਾਵ ਕਿ ਮੇਰੇ ਅੰਦਰ ਪ੍ਰਮਾਤਮਾ ਦੀ ਜੋਤ ਵਸਦੀ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਉਹਨਾਂ ਨੂੰ ਲੱਗ ਜਾਂਦਾ ਪਤਾ, ਅਨੁਭਵ ਹੋ ਜਾਂਦਾ ਕਿ ਮਨ ਜਿਹੜਾ ਜੋਤ ਸਰੂਪ ਹੈ, ਮੇਰੇ ਅੰਦਰ ਪ੍ਰਮਾਤਮਾ ਦਾ ਵਾਸਾ ਹੈ। ਲੇਕਿਨ ਇਹ ਅੰਦਰ ਦਾ ਗਿਆਨ ਕਦੇ ਬਾਹਰ ਪ੍ਰਗਟ ਨਹੀਂ ਕਰਦੇ। ਉਹ ਕਦੇ ਦਾਵਾ ਨਹੀਂ ਕਰਦੇ ਕਿ ਲੋਕੋ ਮੈਂ ਰੱਬ ਹਾਂ, ਮੈਂ ਪ੍ਰਮਾਤਮਾ, ਮੇਰੀ ਪੂਜਾ ਕਰਨਾ ਕਰੋ। ਤੇ ਗਿਆਨ ਪ੍ਰਾਪਤ ਕਰਕੇ ਉਹ ਨਿਮਰਤਾ ਦੇ ਵਿੱਚ ਆਪਣਾ ਜੀਵਨ ਯਾਪਨ ਕਰਦੇ ਹਨ। ਕਿਉਂਕਿ ਆਮ ਲੋਕ ਜਿਹੜੇ ਚੇਲੇ ਬਾਲ ਕੇ ਹੁੰਦੇ ਤੇ ਉਹਨਾਂ ਨੇ ਫਿਰ ਪਿਆਰਿਓ ਆਪਣੇ ਗੁਰੂਆਂ ਦਾ, ਆਪਣੇ ਸੰਤਾਂ ਦਾ ਉਹਨਾਂ ਨੇ ਤਾਂ ਦੇਖਾ ਦੇਖੀ, ਉਹਨਾਂ ਨੇ ਤਾਂ ਰੀਸ ਹੀ ਕਰਨੀ ਹੈ। ਤੇ ਜਿਨ੍ਹਾਂ ਦਾ ਕੋਈ ਸੰਤ ਜਿਹੜਾ ਹੈ ਉਹੀ ਇੰਨਾ ਅਹੰਕਾਰੀ ਬਣ ਜਾਵੇ ਤੇ ਉਹਨਾਂ ਦੇ ਚੇਲੇ ਵੀ ਜਿਹੜੇ ਬੜੇ ਅਹੰਕਾਰੀ ਬਣ ਜਾਂਦੇ। ਤੇ ਜਿਨ੍ਹਾਂ ਸੰਤਾਂ ਮਹਾਂਪੁਰਖਾਂ ਦੇ ਵਿੱਚ ਨਿਮਰਤਾ ਹੁੰਦੀ ਹੈ, ਸੇਵਾ ਭਾਵਨਾ ਹੁੰਦੀ ਹੈ, ਤੇ ਅੱਗੋਂ ਉਹਨਾਂ ਦੇ ਜਿਹੜੇ ਚੇਲੇ, ਉਹਨਾਂ ਦੇ ਸ਼ਿਸ਼ ਜਿਹੜੇ ਹੁੰਦੇ, ਉਹ ਔਰ ਜ਼ਿਆਦਾ ਨਿਮਰਤਾ ਦੇ ਵਿੱਚ ਆ ਜਾਂਦੇ, ਔਰ ਜ਼ਿਆਦਾ ਸੇਵਾ ਕਰਦੇ। ਸਿਆਣੇ ਕਹਿੰਦੇ ਨਾ ਕਿ ਭਾਈ ਕਿਸੇ ਰਾਜੇ ਦੀ ਪਰਖ ਕਰਨੀ ਹੋਵੇ ਤੇ ਸਿੱਧਾ ਰਾਜੇ ਦੀ ਪਰਖ ਨਾ ਕਰਨਾ ਕਰੋ, ਉਹਦੇ ਮਜਲਿਸ ਦੇ ਵਿੱਚ ਬੈਠਣ ਵਾਲੇ ਉਹਨਾਂ ਦੇ ਮੰਤਰੀਆਂ ਦੀ ਪਰਖ ਕਰਨਾ ਕਰੋ। ਜੇ ਤੁਹਾਨੂੰ ਲੱਗ ਜਾਵੇ ਕਿ ਇਹਦੇ ਮੰਤਰੀ ਬਹੁਤ ਵਧੀਆ ਹਨ ਤੇ ਸਮਝ ਲਿਓ ਜਿਨ੍ਹਾਂ ਦਾ ਮੰਤਰੀ ਬਹੁਤ ਵਧੀਆ ਹਨ, ਚੰਗੇ ਹਨ, ਨੇਕ ਸੁਭਾਅ ਵਾਲੇ, ਸਮਝ ਲਿਓ ਕਿ ਉਹ ਰਾਜਾ ਵੀ ਬਹੁਤ ਵਧੀਆ ਹੈ। ਇਸ ਤਰ੍ਹਾਂ ਹੀ ਕਿਸੇ ਸਾਧ ਦੀ, ਸੰਤ ਦੀ ਪਰਖ ਕਰਨੀ ਹੋਵੇ ਤੇ ਸਿਆਣੇ ਕਹਿੰਦੇ ਸਿੱਧਾ ਜਾ ਕਰਕੇ ਸਾਧ ਦੀ ਪਰਖ ਨਾ ਕਰਨਾ ਕਰੋ, ਉਹਨਾਂ ਦੇ ਅੱਗੇ ਜਿਹੜੇ ਚੇਲੇ ਬਾਲ ਕੇ ਹੁੰਦੇ ਉਹਨਾਂ ਦੀ ਪਰਖ ਕਰਨਾ ਕਰੋ।
ਜੇ ਤੁਹਾਨੂੰ ਲੱਗ ਜਾਵੇ ਕਿ ਭਾਈ ਉਹਨਾਂ ਦੇ ਸ਼ਿਸ਼ ਜਿਹੜੇ ਬਹੁਤ ਵਧੀਆ, ਉੱਚਾ ਉਹਨਾਂ ਦਾ ਜੀਵਨ ਹੈ, ਉੱਚਾ ਉਹਨਾਂ ਦਾ ਆਚਰਣ ਹੈ, ਤੇ ਸਮਝ ਲਿਓ ਇਹਨਾਂ ਦਾ ਜਿਹੜਾ ਬਾਬਾ ਉਹ ਬਹੁਤ ਵਧੀਆ ਜੀਵਨ ਵਾਲਾ, ਬਹੁਤ ਵਧੀਆ ਉਹਦਾ ਕਿਰਦਾਰ ਹੈ, ਜਾਣਨਾ ਕਰੋ। ਲੇਕਿਨ ਜਿਹੜੇ ਨਾਲ ਦੇ ਹੀ ਭ੍ਰਿਸ਼ਟ ਹੋਣ, ਨਾਲ ਦੇ ਹੀ ਫਿਰ ਵਿਸ਼ੇ ਵਿਕਾਰਾਂ ਦੇ ਵਿੱਚ ਖਚਿਤ ਹੋਣ, ਤੇ ਜਾਣ ਲਿਓ ਕਿ ਭਾਈ ਇਹ ਨਾਲ ਦੇ ਹੀ ਜਿਹੜੇ ਹਨ ਇਹ ਇੰਨੇ ਵਿਸ਼ੇ ਵਿਕਾਰਾਂ ਦੇ ਵਿੱਚ, ਗਲਤ ਕੰਮ ਦੇ ਵਿੱਚ ਪ੍ਰਵਿਰਤ ਹਨ, ਇਹਨਾਂ ਦਾ ਮੁਖੀ ਵੱਡਾ ਜਿਹੜਾ ਉਹ ਕਿੰਨਾ ਜ਼ਿਆਦਾ ਖਚਿਤ ਹੋਵੇਗਾ। ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਪਰਖ ਜਿਹੜੀ ਹੈ ਛੋਟਿਆਂ ਤੋਂ ਵੱਡਿਆਂ ਦੀ ਪਰਖ ਹੁੰਦੀ ਹੈ। ਲਖ ਹੈ ਗਿਆਨ ਤਿਨ ਕੀ ਮਤ ਪੂਤੀ, ਤੇ ਉਹ ਫਿਰ ਗਿਆਨ ਨੂੰ ਜਾਣ ਕਰਕੇ ਵੀ ਕਦੇ ਆਪਣੇ ਆਪ ਦਾ ਪ੍ਰਦਰਸ਼ਨ ਨਹੀਂ ਕਰਦੇ ਹਨ। ਉਹ ਤਾਂ ਇਹੀ ਕਹਿੰਦੇ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਉਹ ਨਿਮਰਤਾ ਨੂੰ ਧਾਰਨ ਕਰਕੇ ਰੱਖਦੇ, ਕਦੇ ਆਪਣਾ ਸਰਵੋਪਰੀ ਹਨ, ਕਿਉਂਕਿ ਆਪਾਂ ਨੇ ਕਦੇ ਰੱਬ ਨੂੰ ਨਹੀਂ ਵੇਖਿਆ। ਲੇਕਿਨ ਸਤਿਗੁਰੂ ਮਹਾਰਾਜ ਜੀ ਦੇ ਜਦੋਂ ਦਰਸ਼ਨ ਕਰਦੇ ਹਨ, ਉਹਨਾਂ ਦੇ ਵਿੱਚੋਂ ਰੱਬ ਦੀ ਪਿਆਰਿਓ ਸਾਨੂੰ ਝਲਕ ਪ੍ਰਾਪਤ ਹੁੰਦੀ ਹੈ। ਆਪਾਂ ਤਾਂ ਸਤਿਗੁਰੂ ਮਹਾਰਾਜ ਜੀ ਨੂੰ, ਦਸਾਂ ਪਾਤਸ਼ਾਹੀਆਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਰੱਬ ਦੇ ਸਮਾਨ, ਰੱਬ ਦੇ ਤੁੱਲ ਆਪਾਂ ਮੰਨਦੇ ਆ। ਇਹ ਆਪਣੀ ਸ਼ਰਧਾ ਹੈ, ਇਹ ਸਾਡੀ ਭਾਵਨਾ ਹੈ। ਲੇਕਿਨ ਕਦੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਮੈਨੂੰ ਰੱਬ ਕਰਕੇ ਜਾਣਨਾ ਕਰੋ, ਮੈਨੂੰ ਰੱਬ ਕਰਕੇ ਮੰਨਣਾ ਕਰੋ। ਨਹੀਂ ਪਿਆਰਿਓ, ਜੇ ਆਪਾਂ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ, ਪਾਵਨ ਬਾਣੀ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਐਲਾਨੀਆਂ ਤੌਰ ਤੇ ਕਹਿ ਦਿੱਤਾ ਕਿ ਭਾਈ ਜੋ ਹਮਕੋ ਪਰਮੇਸ਼ਰ ਉਚਰ ਹੈ, ਤੇ ਸਭ ਨਰਕ ਕੁੰਟ ਮੈਂ ਪਰ ਹੈ, ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨਾ ਰੰਚ ਪਛਾਨੋ। ਜਿਹੜਾ ਵੀ ਮੈਨੂੰ ਰੱਬ ਕਰਕੇ, ਪਰਮੇਸ਼ਰ ਕਰਕੇ ਮੰਨੇਗਾ, ਉਹ ਸਿੱਧਾ ਨਰਕਾਂ ਨੂੰ ਜਾਵੇਗਾ। ਤੇ ਆਪਾਂ ਜਦੋਂ ਬੇਨਤੀ ਕਰਦੇ ਹਾਂ, ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਫਿਰ ਆਪ ਜੀ ਨੂੰ ਕੀ ਕਰਕੇ ਮੰਨਣਾ ਚਾਹੀਦਾ, ਕੀ ਜਾਣ ਕਰਕੇ ਆਪ ਜੀ ਦੀ ਅਸੀਂ ਪੂਜਾ ਕਰਨਾ ਕਰੀਏ, ਕਿਸ ਤਰ੍ਹਾਂ ਆਪ ਜੀ ਨੂੰ ਮੰਨਣਾ ਕਰੀਏ। ਤੇ ਮਹਾਰਾਜ ਜੀ ਨੇ ਕਿਹਾ ਮੋਕੋ ਦਾਸ ਤਵਨ ਕਾ ਜਾਨੋ, ਮੈਨੂੰ ਕੋਈ ਪਰਮਾਤਮਾ, ਕੋਈ ਗੁਰੂ ਨਾ ਜਾਣੋ, ਮੈਨੂੰ ਆਪਣਾ ਦਾਸ ਜਾਣਨਾ ਕਰੋ। ਹੈ ਪਿਆਰਿਓ ਕਿਨਾਂ ਦੇ ਅੰਦਰ ਇੰਨੀ ਨਿਮਰਤਾ ਹੈ, ਕਿਨਾਂ ਦੇ ਅੰਦਰ ਇੰਨਾ ਵੱਡਾ ਜਿਗਰਾ। ਅੱਜ ਤਾਂ ਜਣਾ ਕਣਾ ਨਿੱਕਾ ਜਾ ਵੀ ਕੋਈ ਆ ਜਾਵੇ, 2 ਦਿਨਾਂ ਦੇ ਵਿੱਚ ਹੀ ਉਹ ਬ੍ਰਹਮ ਗਿਆਨੀ ਬਣ ਜਾਂਦਾ, ਲੋਕਾਂ ਨੂੰ ਕਹਿੰਦਾ ਜੀ ਮੇਰੇ ਤੋਂ ਵੱਡਾ ਕੋਈ ਨਹੀਂ ਹੈ, ਮੈਂ ਹੀ ਖੁਦਾ ਹਾਂ। ਇਸ ਤਰ੍ਹਾਂ ਸਵਯੰਭੂ ਬਾਬਾ ਬਣ ਕਰਕੇ, ਖੁਦ ਖੁਦਾ ਬਣ ਕਰਕੇ ਬਹੁਤ ਬੈਠੇ ਹੋਏ। ਲੇਕਿਨ ਅਸਲੀ ਜੋ ਵਿਅਕਤੀ ਹੁੰਦਾ, ਅਸਲੀ ਜੋ ਮਹਾਂਪੁਰਖ, ਅਸਲੀ ਬ੍ਰਹਮ ਗਿਆਨੀ ਜਿਹੜਾ ਹੈ, ਉਹ ਕਦੇ ਵੀ ਆਪਣੇ ਆਪੇ ਦਾ ਜਿਹੜਾ ਪ੍ਰਗਟਾਵਾ ਨਹੀਂ ਕਰਦਾ। ਸਭ ਕੁਝ ਰਹਿ ਕਰਕੇ ਉਹ ਨਿਮਰਤਾ ਨੂੰ ਧਾਰਨ ਕਰਕੇ ਰੱਖਦੇ ਹਨ। ਨਿਸ਼ਚੈ ਹਿਰਦੇ ਗਿਆਨ ਕੋ ਤਰਹਿ, ਉਹ ਫਿਰ ਨਿਸ਼ਚੈ ਦੇ ਨਾਲ ਗਿਆਨ ਨੂੰ ਧਾਰਨ ਕਰਦੇ ਹਨ। ਇੱਕ ਪਿਆਰਿਓ ਕਥਾ ਯਾਦ ਆਈ ਹੈ, ਕਹਿੰਦੇ ਕਿ ਜਿਸ ਤਰ੍ਹਾਂ ਆ ਜਿਹੜਾ ਪ੍ਰਸੰਗ ਚੱਲ ਰਿਹਾ ਨਾ, ਸਤਿਗੁਰੂ ਮਹਾਰਾਜ ਜੀ ਨੇ ਜੋ ਉਚਾਰਨ ਕੀਤਾ, ਕਈ ਲੋਕ ਕੀ ਕਰਦੇ, ਇਹੋ ਜਿਹੇ ਮਹਾਵਾਕ ਜਿਹੜੇ ਹਨ ਉਹਨੂੰ ਯਾਦ ਕਰਕੇ, ਉਹਨੂੰ ਫਿਰ ਬੜੇ ਜਿਹੜੇ ਚਲਾਕ ਹੁੰਦੇ, ਸਾਰੇ ਜਿੰਨੇ ਵੀ ਉਹ ਗਲਤ ਕੰਮ ਕਰਦੇ, ਤੇ ਇਹੋ ਜਿਹੇ ਮਹਾਵਾਕਾਂ ਦੇ ਹੇਠ ਉਹ ਆਪਣੀ ਦੁਕਾਨਦਾਰੀ ਕਰਦੇ ਹਨ, ਲੋਕਾਂ ਨੂੰ ਠੱਗਦੇ ਹਨ। ਇਸ ਤਰ੍ਹਾਂ ਹੀ ਕਹਿੰਦੇ ਕਿ ਇੱਕ ਬੰਦਾ ਜਿਹੜਾ ਅੱਤ ਦਾ ਜਿਹੜਾ ਵਿਅਭਚਾਰੀ ਸੀ, ਅੱਤ ਦਾ ਦੁਰਾਚਾਰੀ ਜਿਹੜਾ ਸੀ, ਤੇ ਉਹਨੇ ਇੱਕ ਵਾਰੀ ਕਿਸੇ ਕਿਤਾਬਾਂ ਨੂੰ ਪੜ੍ਹ ਕਰਕੇ ਉਹਨੂੰ ਥੋੜਾ ਕੋ ਗਿਆਨ ਹੋ ਗਿਆ, ਥੋੜੀ ਸਮਝਦਾਰੀ ਆ ਗਈ ਹੈ, ਤੇ ਉਹਨੇ ਵਿਚਾਰ ਕਰਨੀ ਕੀਤੀ ਹੈ ਕਿ ਮਨਾ ਜੇ ਮੈਂ ਇਸ ਤਰ੍ਹਾਂ ਚੋਰੀ ਕਰਦਾ, ਮੈਂ ਇਸ ਤਰ੍ਹਾਂ ਯਾਰੀ ਕਰਦਾ, ਗਲਤ ਕੰਮ ਕਰਦਾ, ਲੋਕੀ ਮੈਨੂੰ ਬੁਰਾ ਬੋਲਦੇ ਹਨ, ਕਿਉਂ ਨਾ ਕੋਈ ਤਰਕੀਬ ਦੇ ਨਾਲ ਚੋਰੀ ਕੀਤੀ ਜਾਵੇ, ਗਲਤ ਕੰਮ ਕੀਤਾ ਜਾਵੇ, ਤੇ ਜਿਸ ਕਰਕੇ ਮੇਰਾ ਨਾਮ ਵੀ ਬਦਨਾਮ ਨਾ ਹੋਵੇ, ਮੇਰੀ ਮਹਾਨਤਾ ਵੀ ਵਧੇ, ਤੇ ਅੰਦਰ ਖਾਤੇ ਮੈਂ ਗਲਤ ਕੰਮ ਕਰਦਾ ਰਵਾਂ। ਇਹ ਭਾਵਨਾ ਨੂੰ ਧਾਰਨ ਕਰਕੇ ਕਹਿੰਦੇ ਉਹਨੇ ਸੰਤਾਂ ਦਾ ਲਿਬਾਸ ਧਾਰਨ ਕਰਨਾ ਕੀਤਾ, ਸੰਨਿਆਸੀਆਂ ਦਾ ਉਹਨੇ ਲਿਬਾਸ ਧਾਰਨ ਕਰਨਾ ਕੀਤਾ, ਸੰਤ ਬਾਬਾ ਬਣ ਗਿਆ। ਤੇ ਇਹ ਬਣ ਕਰਕੇ ਵੀ ਫਿਰ ਲੋਕਾਂ ਨੂੰ ਕਹਿੰਦਾ ਜੀ ਕਿ ਭਾਈ ਜੋ ਰੱਬ ਕਰਾਉਂਦਾ ਜੀ ਮੈਂ ਉਹ ਕਰਦਾ, ਮੈਂ ਆਪਣੀ ਮਰਜ਼ੀ ਤਿਆਗ ਦਿੱਤੀ ਹੈ, ਜਿੱਥੇ ਰੱਬ ਲੈ ਕੇ ਜਾਂਦਾ ਮੈਂ ਉਹ ਕੰਮ ਕਰਦਾ। ਇਸ ਤਰ੍ਹਾਂ ਫਿਰ ਜਾ ਕਰਕੇ ਚੋਰੀਆਂ ਕਰਨੀਆਂ। ਇੱਕ ਵਾਰੀ ਫੜਿਆ ਗਿਆ ਤੇ ਲੋਕਾਂ ਨੇ ਜਦੋਂ ਮਾਰਨ ਦਾ ਯਤਨ ਕੀਤਾ, ਕੁੱਟਣ ਦਾ ਯਤਨ ਕੀਤਾ,
ਤੇ ਕਿਉਂਕਿ ਚਲਾਕ ਬੜਾ ਸੀ, ਹੁਸ਼ਿਆਰ ਬੜਾ ਸੀ, ਤੇ ਉਹਨੇ ਕਹਿ ਦਿੱਤਾ ਕਿ ਲੋਕੋ ਮੈਨੂੰ ਕੀ ਬੋਲਦੇ, ਤੇ ਜੋ ਪ੍ਰਮਾਤਮਾ ਕਰਾਉਂਦਾ ਨਾ ਮੈਂ ਉਹ ਕੰਮ ਕਰਦਾ। ਜਿਸ ਪਾਸੇ ਰੱਬ ਮੈਨੂੰ ਭੇਜਦਾ, ਜੋ ਕੰਮ ਕਰਨ ਵਾਸਤੇ ਮੈਨੂੰ ਭੇਜਦਾ, ਮੈਂ ਉਹ ਕੰਮ ਕਰਦਾ। ਤੇ ਤੁਸੀਂ ਦੱਸਣਾ ਕਰੋ, ਰੱਬ ਤੋਂ ਇਲਾਵਾ, ਪਰਮਾਤਮਾ ਦੀ ਆਗਿਆ ਤੋਂ ਇਲਾਵਾ ਕੋਈ ਬੰਦਾ ਗਲਤ ਕੰਮ ਥੋੜ੍ਹੀ ਕਰ ਸਕਦਾ। ਤੇ ਉਹਦੀਆਂ ਇਹ ਤਰਕਾਂ ਜਿਹੜੀਆਂ ਹਨ ਉਹਨੂੰ ਕੋਈ ਕੱਟ ਵੀ ਨਹੀਂ ਸਕਦਾ। ਇੱਕ ਪਾਸੇ ਗੱਲ ਵੀ ਤਾਂ ਸਹੀ ਹੈ ਨਾ ਕਿ ਜੋ ਪ੍ਰਮਾਤਮਾ ਕਰਾਉਂਦਾ ਉਹੀ ਭਾਣਾ ਵਰਤਦਾ, ਤੇ ਪ੍ਰਮਾਤਮਾ ਤੋਂ ਇਲਾਵਾ ਕੋਈ ਦੂਜਾ ਕੰਮ ਕੀ ਕਰਨਾ ਕੀਤਾ, ਸ਼ਰੇਆਮ ਵੇਸ਼ਿਆ ਲਿਆ ਤੇ ਚੱਲ ਜਾਂਦਾ ਸੀ। ਉੱਥੇ ਜਾ ਕਰਕੇ ਕੁਕਰਮ ਕਰਨਾ ਤੇ ਸਾਧੂਆਂ ਦਾ ਲਿਬਾਸ ਪਾ ਕਰਕੇ ਬਦ ਫੈਲੀਆਂ ਕਰਦਾ, ਗਲਤ ਕੰਮ ਕਰਦਾ। ਕੋਈ ਵੀ ਆ ਕਰਕੇ ਉਹਨੂੰ ਬੋਲੇ ਤੇ ਇਹ ਰਟਾ ਰਟਾਇਆ ਉਹਦੇ ਕੋਲ ਜਵਾਬ ਹੁੰਦਾ, ਤੇ ਉਹ ਕਹਿ ਦਿੰਦਾ ਕਿ ਭਾਈ ਮੈਂ ਕੀ ਕਰਨਾ ਕਰਾਂ, ਜਿੱਥੇ ਮੈਨੂੰ ਰੱਬ ਲੈ ਕੇ ਜਾਂਦਾ। ਜੇ ਰੱਬ ਮੈਨੂੰ ਜੇ ਸ਼ਰਾਬ ਦੇ ਠੇਕੇ ਵਿੱਚ ਲੈ ਕੇ ਜਾਵੇ, ਮੈਂ ਰੋਕਦਾ ਥੋੜ੍ਹੀ ਆ, ਮੈਂ ਉੱਥੇ ਚੱਲ ਜਾਂਦਾ। ਜੇ ਰੱਬ ਮੈਨੂੰ ਸ਼ਰਾਬ ਪਿਵਾਉਣਾ ਚਾਹਵੇ ਤੇ ਮੈਂ ਪੀ ਲੈਂਦਾ, ਮੈਂ ਇਨਕਾਰ ਨਹੀਂ ਕਰਦਾ। ਜੇ ਰੱਬ ਮੇਰਾ ਪਰਾਏ ਤਨ ਦੇ ਵੱਲ ਲੈ ਕੇ ਚੱਲ ਜਾਵੇ, ਮੇਰੀ ਹਸਤੀ ਥੋੜ੍ਹੀ ਹੈ ਕਿ ਮੈਂ ਆਪਣੇ ਆਪ ਨੂੰ ਰੋਕਾਂ। ਤੇ ਜਿਸ ਤਰ੍ਹਾਂ ਰੱਬ ਕਰਾਉਂਦਾ, ਕਿਉਂਕਿ ਹਰ ਕੰਮ ਜਿਹੜਾ ਪੱਤਾ ਵੀ ਹਿਲਦਾ, ਇਹ ਰੱਬ ਦੇ ਹੁਕਮ ਦੇ ਵਿੱਚ ਹਿਲਦਾ। ਤੇ ਲੋਕਾਂ ਨੂੰ ਕਹਿੰਦਾ ਕਿ ਲੋਕੋ ਮੇਰੀ ਕੀ ਗਲਤੀ ਹੈ, ਜੋ ਰੱਬ ਕਰਾਉਂਦਾ ਮੈਂ ਕਰਦਾ। ਲੋਕੀ ਬੜੇ ਫਿਰ ਚੁੱਪ ਹੋ ਗਏ, ਉਹਨਾਂ ਨੇ ਕਿਹਾ ਕਿ ਭਾਈ ਇਹਦਾ ਕੋਈ ਜਵਾਬ ਵੀ ਨਹੀਂ ਦੇ ਸਕਦੇ ਆ। ਤੇ ਜਦੋਂ ਇਹ ਗੱਲ ਦਾ ਪਤਾ ਪਿਆਰਿਓ ਰਾਜੇ ਨੂੰ ਚੱਲਿਆ, ਤੇ ਰਾਜਾ ਵੀ ਬੜਾ ਹੁਸ਼ਿਆਰ ਸੀ, ਉਹਨੇ ਕਿਹਾ ਕਿ ਚਲੋ ਭਾਈ ਇਹਨੂੰ ਫੜ ਕੇ ਲੈ ਕੇ ਆਓ। ਫੜ ਕੇ ਲੈ ਕੇ ਆ ਕਰਕੇ ਹੱਥ ਪੈਰ ਉਹਦੇ ਬੰਨ੍ਹ ਦਿੱਤੇ, ਤੇ ਰਾਜੇ ਨੇ ਕਿਹਾ ਕਿ ਭਾਈ ਸੁਣਿਆ ਤੂੰ ਚੋਰੀ ਕਰਦਾ, ਤੂੰ ਯਾਰੀਆਂ ਕਰਦਾ, ਗਲਤ ਕੰਮ ਕਰਦਾ, ਤੇ ਕਿਉਂ ਕਰਦਾ ਤੂੰ? ਤੇ ਫਿਰ ਉਹ ਕਹਿਣ ਲੱਗਾ ਕਿ ਨਹੀਂ ਰਾਜਨ, ਮੈਂ ਕੀ ਕਰਦਾ ਕਰਾਂ, ਜੋ ਮੇਰੇ ਤੋਂ ਰੱਬ ਕਰਾਉਂਦਾ ਮੈਂ ਰੱਬ ਦੀ ਆਗਿਆ ਦੇ ਅਨੁਸਾਰ ਉਹ ਕੰਮ ਕਰਦਾ, ਮੈਂ ਆਪਣੀ ਮੱਤ ਨਹੀਂ ਲੜਾਉਂਦਾ। ਤੇ ਰਾਜੇ ਨੇ ਕਿਹਾ ਇਹ ਗੱਲ ਹੈ, ਤੇ ਤੂੰ ਜੇ ਮੰਨਦਾ ਕਿ ਇਹ ਗੱਲ ਸਹੀ ਹੈ ਕਿ ਜੋ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਇਹ ਰੱਬ ਹੀ ਕਰਾ ਰਿਹਾ, ਉਸ ਸਾਧੂ ਨੇ ਕਹਿ ਦਿੱਤਾ ਹਾਂ ਕੋਈ ਦੋ ਰਾਹ ਨਹੀਂ ਹੈ, ਜੋ ਹੋ ਰਿਹਾ ਸੰਸਾਰ ਦੇ ਵਿੱਚ ਚੰਗਾ ਕੰਮ ਜਾਂ ਗਲਤ ਕੰਮ ਇਹ ਸਭ ਰੱਬ ਹੀ ਕਰਾ ਰਿਹਾ। ਤੇ ਰਾਜੇ ਨੇ ਫਿਰ ਇੱਕਦਮ ਆਪਣੇ ਨੌਕਰਾਂ ਨੂੰ ਕਹਿ ਦਿੱਤਾ ਇਸ ਮੂਰਖ ਨੂੰ ਫੜੋ, ਫੜ ਕਰਕੇ ਹਾਥੀਆਂ ਦੇ ਪੈਰਾਂ ਦੇ ਥੱਲੇ ਰੱਖ ਕਰਕੇ ਇਹਦਾ ਸਿਰ ਕੁਚਲਣਾ ਕਰੋ। ਉਸੇ ਵੇਲੇ ਡਰ ਗਿਆ, ਹੱਥ ਜੋੜ ਕਰਕੇ ਕਹਿੰਦਾ ਕਿ ਰਾਜਨ ਮੈਨੂੰ ਬਖਸ਼ ਲਿਆ ਜਾਵੇ, ਮੈਨੂੰ ਮਾਫ ਕਰ ਦੇਣਾ ਕਰੋ, ਮੈਂ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰਾਂਗਾ। ਤੇ ਰਾਜੇ ਨੇ ਕਿਹਾ ਕਿ ਭਾਈ ਤੂਨੇ ਤਾਂ ਹੀ ਕਿਹਾ ਨਾ, ਹੁਣੇ ਤਾਂ ਤੂਨੇ ਕਿਹਾ ਸੀ ਕਿ ਸਭ ਰੱਬ ਦੇ ਹੁਕਮ ਦੇ ਵਿੱਚ ਹੋ ਰਿਹਾ, ਉਹਦੇ ਹੁਕਮ ਤੋਂ ਬਗੈਰ ਪਤਾ ਵੀ ਨਹੀਂ ਹਿਲਦਾ। ਤੇ ਹੁਕਮ ਜਿਸ ਤਰ੍ਹਾਂ ਤੈਨੂੰ ਹੋ ਰਿਹਾ ਨਾ, ਉਸ ਤਰ੍ਹਾਂ ਮੈਨੂੰ ਵੀ ਰੱਬ ਨੇ ਹੁਕਮ ਕੀਤਾ ਕਿ ਇਹਨੂੰ ਹਾਥੀਆਂ ਦੇ ਪੈਰਾਂ ਦੇ ਹੇਠ ਕੁਚਲ ਕਰਕੇ ਮਾਰ ਦੇਣਾ ਚਾਹੀਦਾ ਹੈ। ਤਾਂ ਕਰਕੇ ਕਿਉਂਕਿ ਤੂਨੇ ਕਿਹਾ ਨਾ ਜੋ ਵੀ ਰੱਬ ਕਰਾਉਂਦਾ ਤੇ ਤੂੰ ਕਰਦਾ। ਰਾਜੇ ਨੇ ਕਿਹਾ ਜੋ ਮੇਰੇ ਤੋਂ ਰੱਬ ਨੇ ਕਰਾਇਆ ਮੈਨੇ ਕਰ ਦਿੱਤਾ, ਹੁਣ ਜੇ ਤੇਰੀ ਮੌਤ ਹੈ ਤਾਂ ਤੂਨੇ ਮਰ ਜਾਣਾ, ਜੇ ਤੇਰੀ ਮੌਤ ਨਹੀਂ ਹੈ ਤਾਂ ਫਿਰ ਤੈਨੂੰ ਕੋਈ ਮਾਰ ਨਹੀਂ ਸਕਦਾ। ਇਸ ਤਰ੍ਹਾਂ ਕਰਕੇ ਉਹਨੂੰ ਸਜ਼ਾ ਦੇ ਦਿੱਤੀ। ਕਹਿਣ ਦਾ ਭਾਵ ਕਿ ਇਹ ਜੋ ਕਥਾ ਦੇ ਵਿੱਚ ਕਈ ਲੋਕ ਪਿਆਰਿਓ ਇਸ ਤਰ੍ਹਾਂ ਦੀਆਂ ਜੋ ਧਾਰਮਿਕ ਗੱਲਾਂ ਹਨ, ਗਿਆਨ ਦੀਆਂ ਗੱਲਾਂ ਜਿਹੜੀਆਂ ਹਨ, ਕੁਝ ਗੱਲਾਂ ਉਹਦਾ ਫਿਰ ਗਲਤ ਇਸਤੇਮਾਲ ਬਹੁਤ ਜ਼ਿਆਦਾ ਕਰਦੇ। ਹਰ ਪਾਸੇ ਕੋਈ ਵੀ ਗਲਤ ਕੰਮ ਕਰ ਦੇਣਾ। ਕਈ ਬੜੇ ਚਲਾਕ ਹੁੰਦੇ ਹਨ ਤੇ ਚਲਾਕੀ ਵਰਤ ਕਰਕੇ ਇਸ ਤਰ੍ਹਾਂ ਕੋਈ ਮਹਾਵਾਕ ਵਰਤ ਕਰਕੇ ਕਿ ਜੀ ਮੈਂ ਕੀ ਕਰਨਾ ਕਰਾਂ, ਇਹ ਤਾਂ ਜੀ ਰੱਬ ਦੇ ਹੁਕਮ ਦੇ ਵਿੱਚ ਹੋ ਰਿਹਾ, ਜਾਂ ਇਸ ਤਰ੍ਹਾਂ ਦੀਆਂ ਚਲਾਕੀਆਂ ਵਰਤ ਕਰਕੇ ਆਪਣੇ ਆਪ ਨੂੰ ਉਹ ਬਚਾ ਲੈਂਦੇ ਹਨ। ਫਿਰ ਇਹ ਜਿਹੜਾ ਇਹਨਾਂ ਦਾ ਇਹ ਗਿਆਨ ਜਿਹੜਾ ਝੂਠਾ ਗਿਆਨ ਉਹਨਾਂ ਦੇ ਵਾਸਤੇ ਸੁਖਦਾਈ ਨਹੀਂ, ਸਗੋਂ ਉਹਨਾਂ ਦੇ ਵਾਸਤੇ ਉਹ ਗਿਆਨ ਦੁਖਦਾਈ ਬਣ ਜਾਂਦਾ। ਭਾਉ ਭਗਤ ਬਾਹਰ ਸ਼ੁਭ ਕਰਹਿ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਜੋ ਮਰਜੀ ਹੋ ਜਾਵੇ, ਗਿਆਨ ਹੋ ਜਾਵੇ, ਬ੍ਰਹਮ ਗਿਆਨ ਹੋ ਜਾਵੇ, ਲੇਕਿਨ ਆਪਣਾ ਜੀਵਨ ਪ੍ਰੇਮਾ ਭਗਤੀ ਦੇ ਨਾਲ ਹੀ ਸਾਨੂੰ ਯਾਪਨ ਕਰਨਾ ਚਾਹੀਦਾ, ਬਤੀਤ ਕਰਨਾ ਚਾਹੀਦਾ। ਤਿਨ ਕੋ ਦੁੱਖ ਨਹਿ ਲਾਗੇ ਕੋਈ। ਉਹਨਾਂ ਨੂੰ ਸੰਸਾਰ ਦੇ ਵਿੱਚ ਕੋਈ ਦੁੱਖ ਪ੍ਰਾਪਤ ਨਹੀਂ ਹੁੰਦਾ ਹੈ। ਸੁਖ ਭਾ ਪਹੁੰਚ ਪਰਮ ਪਦ ਹੋਈ। ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ ਤੇ ਅਖੀਰ ਨੂੰ ਓੜਕ ਨੂੰ ਉਹਨਾਂ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਗਿਆਨ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ,
ਸਤਿਗੁਰੂ ਮਹਾਰਾਜ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਨਾ ਕਿ ਗੁਰ ਸਿੱਖੀ ਗੁਰ ਸਿੱਖ ਸੁਣ, ਅੰਦਰੋਂ ਸਿਆਣਾ ਬਾਹਰੋਂ ਭੋਲਾ। ਗੁਰੂ ਕਾ ਸਿੱਖ ਜਿਹੜਾ ਨਾ ਪਿਆਰਿਓ ਤੇ ਅੰਦਰੋਂ ਸਿਆਣਾ, ਅੰਦਰੋਂ ਤਾਂ ਉਹ ਬੜਾ ਸਿਆਣਾ ਹੁੰਦਾ। ਸਿਧਾਂਤ ਸਬਨ ਤੇ ਨੀਕਾ, ਆ ਜਿਹੜਾ ਸਿਧਾਂਤ ਜਿਹੜਾ ਸਭ ਤੋਂ ਉੱਤਮ ਹੈ ਤੇ ਸਭ ਤੋਂ ਨਿਆਰਾ ਹੈ। ਇਸ ਕਰਕੇ ਪਿਆਰਿਓ ਸਾਨੂੰ ਵੀ ਕੀ ਕਰਨਾ ਚਾਹੀਦਾ, ਬੇਸ਼ੱਕ ਜਿੰਨਾ ਮਰਜੀ ਆਪਾਂ ਸੇਵਾ ਕਰਦੇ ਆਂ, ਸਿਮਰਨ ਕਰਦੇ ਆਂ, ਜੇ ਸਾਨੂੰ ਕੁਝ ਗਿਆਨ ਵੀ ਪ੍ਰਾਪਤ ਹੋ ਜਾਵੇ, ਕੋਈ ਅਵਸਥਾ ਵੀ ਬੰਦੇ ਦੀ ਬਣ ਜਾਵੇ, ਤਾਂ ਫਿਰ ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ। ਇਹ ਜਿਹੜਾ ਹੈ ਪੂਰਾ ਸਿਧਾਂਤ ਹੈ ਇਸ ਪ੍ਰਸੰਗ ਦਾ ਕਿ ਜੇ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋ ਗਈ, ਕੋਈ ਤੁਹਾਡੀ ਅਵਸਥਾ ਬਣ ਗਈ, ਸੇਵਾ ਸਿਮਰਨ ਕਰਦੇ ਤੁਸੀਂ ਕਰਦੇ, ਤਾਂ ਉਹਦਾ ਪ੍ਰਗਟਾਵਾ ਨਹੀਂ ਕਰਨਾ ਚਾਹੀਦਾ। ਲੋਕਾਂ ਨੂੰ ਨਹੀਂ ਕਹਿਣਾ ਚਾਹੀਦਾ ਕਿ ਲਓ ਜੀ ਅੱਜ ਮੈਨੇ ਬਥੇਰੀ ਸੇਵਾ ਕੀਤੀ। ਕਈ ਪਿਆਰਿਓ ਇਹੀ ਪੁੱਛਦੇ, ਭਾਈ ਤੂੰ ਕਿੰਨਾ ਪਾਠ ਕਰਦਾ? ਕੋਈ ਕਵੇ ਜੀ ਨਹੀਂ ਮੈਂ ਇੱਕ ਜਪਜੀ ਸਾਹਿਬ ਦਾ, ਤੇ ਫਿਰ ਉਹ ਕਹਿ ਦਿੰਦੇ ਲੈ ਇੱਕ ਕਰਦਾ, ਮੈਂ ਤਾਂ ਰੋਜ਼ 50 ਕਰਦਾ, ਮੈਂ ਤਾਂ ਇੰਨੇ ਪਾਠ ਕਰਦਾ। ਤੇ ਜਦੋਂ ਬੰਦਾ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਦੋਂ ਵੀ ਬੰਦਾ ਮੇਰੀ ਮੇਰੀ ਕਰਦਾ, ਮੈਂ ਮੇਰੀ ਦੇ ਵਿੱਚ ਫਸ ਜਾਂਦਾ, ਉਹਦੇ ਕੋਈ ਕਾਰਜ ਸਿੱਧ ਨਹੀਂ ਹੁੰਦੇ ਹਨ। ਇਸ ਕਰਕੇ ਭਾਵੇਂ ਸੇਵਾ ਕਰੋ, ਸਿਮਰਨ ਕਰੋ, ਉੱਚੀ ਅਵਸਥਾ ਨੂੰ ਪ੍ਰਾਪਤ ਕਰਨਾ ਕਰੋ, ਲੇਕਿਨ ਕਦੇ ਵੀ ਆਪਣੀ ਉੱਚੀ ਅਵਸਥਾ ਨੂੰ ਨਹੀਂ ਜਨਾਉਣਾ ਚਾਹੀਦਾ। ਹੋਏ ਉਧਾਰ ਜਗਤੇ ਜਿਉ ਜੀ ਕਾ, ਫਿਰ ਉਹਨਾਂ ਦਾ ਸੰਸਾਰ ਦੇ ਵਿੱਚੋਂ ਉਧਾਰ ਹੋ ਜਾਂਦਾ, ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ। ਕਲ ਮੈਂ ਔਰ ਉਪਾਇ ਨ ਕੋਈ, ਕਲਯੁਗ ਦੇ ਵਿੱਚ ਇਸ ਤੋਂ ਇਲਾਵਾ ਔਰ ਕੋਈ ਦੂਜਾ ਉਪਾਅ ਨਹੀਂ ਹੈ। ਭਗਤ ਗਿਆਨ ਤੇ ਕੇਵਲ ਹੋਈ, ਕਿਉਂਕਿ ਸਿਰਫ ਗਿਆਨ ਦੇ ਨਾਲ ਨਹੀਂ, ਭਗਤੀ ਤੇ ਗਿਆਨ ਦੋਵਾਂ ਦੇ ਨਾਲ ਕੇਵਲ ਅਵਸਥਾ ਦੀ, ਮੁਕਤੀ ਦੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਤਿਨ ਕੀ ਪ੍ਰਾਪਤ ਜੇ ਨਰ ਚਾਹੈ, ਜਿਹੜਾ ਮਨੁੱਖ ਭਗਤੀ ਦੀ ਪ੍ਰਾਪਤੀ, ਗਿਆਨ ਦੀ ਪ੍ਰਾਪਤੀ ਕਰਨਾ ਚਾਹੁੰਦਾ, ਸੋ ਸਤ ਸੰਗ ਖੋਜ ਜਗ ਲਹਿ। ਫਿਰ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਫਿਰ ਉਹਨੂੰ ਲੱਭਣ ਦੇ ਵਾਸਤੇ ਬਾਹਰ ਨਹੀਂ ਜਾਣਾ ਚਾਹੀਦਾ। ਸਤ ਸੰਗਤ ਦੇ ਵਿੱਚ ਆ ਕਰਕੇ ਫਿਰ ਜੇ ਉਹ ਸਤ ਸੰਗਤ ਦੇ ਵਿੱਚ ਆਵੇਗਾ ਤਾਂ ਸਤ ਸੰਗਤ ਦੇ ਵਿੱਚੋਂ ਉਹਨੂੰ ਭਗਤੀ ਦਾ ਦਾਤ ਪ੍ਰਾਪਤ ਹੋ ਜਾਵੇਗੀ, ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਜਿਹੜਾ ਵੀ ਪਰਮਾਤਮਾ ਨੂੰ, ਜਿਨ੍ਹਾਂ ਨੂੰ ਮਿਲਣ ਦੀ ਪਿਆਸ ਹੈ, ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਖੋਜ ਸ਼ਬਦ ਮੈਂ ਲੈ, ਤੇ ਸ਼ਬਦ ਦੇ ਵਿੱਚ ਤੁਸੀਂ ਖੋਜ ਲੈਣਾ ਕਰੋ, ਸ਼ਬਦ ਦੇ ਵਿੱਚੋਂ ਹੀ ਤੁਹਾਨੂੰ ਰੱਬ ਦੀ, ਗਿਆਨ ਦੀ, ਭਗਤੀ ਦੀ ਪ੍ਰਾਪਤੀ ਹੋ ਜਾਵੇਗੀ। ਕਰਹਿ ਭਾਉ ਸੇਵਾ ਤਹਿ ਠਾਨੈ, ਉਹ ਜੀਵ ਕੀ ਕਰਦੇ ਹਨ, ਬੇਸ਼ੱਕ ਅੰਦਰੋਂ ਜਿੰਨਾ ਮਰਜੀ ਗਿਆਨ ਹੋ ਜਾਵੇ, ਲੇਕਿਨ ਬਾਹਰੀ ਤੌਰ ਤੇ ਨਹੀਂ ਜਨਾਉਂਦੇ, ਨਿਮਰਤਾ ਦੇ ਵਿੱਚ ਰਹਿ ਕਰਕੇ ਉਹ ਸੇਵਾ ਕਰਦੇ। ਬਚਨ ਸੁਨੈ ਤਿਨ ਦੇ ਮਨ ਕਾਨੈ, ਜਦੋਂ ਵੀ ਗੁਰਬਾਣੀ ਦਾ ਕੋਈ ਬਚਨ ਚੱਲਦਾ, ਕੀਰਤਨ ਚੱਲਦਾ ਹੈ, ਕਥਾ ਜਦੋਂ ਚੱਲਦੀ ਹੈ, ਉਹ ਪ੍ਰੇਮ ਦੇ ਨਾਲ ਸੁਰਤੀ ਦੇ ਕਰਕੇ ਗੁਰੂ ਕਾ ਬਚਨ ਸਰਵਣ ਕਰਦੇ। ਕਾਮ ਕ੍ਰੋਧ ਲੋਭਾਦਿਕ ਬਨ ਕੋ, ਆ ਜਿਹੜਾ ਕਾਮ ਕ੍ਰੋਧ ਲੋਭ ਆਦਿਕ ਆ ਜਿਹੜਾ ਬਨ ਹੈ ਸਤ ਸੰਗ ਕੁਠਾਰ ਕਦਨ ਕੋ, ਤੇ ਇਹਨੂੰ ਨਾਸ਼ ਕਰਨ ਵਾਸਤੇ ਸਤ ਸੰਗਤ ਰੂਪੀ ਕੁਠਾਰ ਜਿਹੜਾ ਹੈ, ਕੁਹਾੜਾ ਜਿਹੜਾ ਉਹ ਧਾਰਨ ਕਰਕੇ, ਜਿਸ ਤਰ੍ਹਾਂ ਆਪ ਜੀ ਦੇ ਹੱਥ ਦੇ ਵਿੱਚ ਕੁਹਾੜਾ ਆ ਜਾਵੇ ਤੇ ਕੁਹਾੜੇ ਦੇ ਨਾਲ ਸਾਰੇ ਜੰਗਲ ਨੂੰ ਤੁਸੀਂ ਸਾਫ਼ ਕਰ ਸਕਦੇ ਹੋ। ਆਰਾ ਲੈ ਕਰਕੇ ਸਾਰਾ ਜੰਗਲ ਜਿਸ ਤਰ੍ਹਾਂ ਕੱਟ ਸਕਦੇ ਹੋ, ਇਸ ਤਰ੍ਹਾਂ ਹੀ ਸਤ ਸੰਗਤ ਰੂਪੀ ਆਰਾ ਲੈ ਕਰਕੇ ਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਵਿਸ਼ੇ ਵਾਸ਼ਨਾ ਦੇ ਇਹ ਜੋ ਜੰਗਲ ਹੈ, ਬਨ ਹੈ, ਇਹਨੂੰ ਫਿਰ ਸਤ ਸੰਗਤ ਰੂਪੀ ਕੁਠਾਰੇ ਦੇ ਨਾਲ ਕੱਟਿਆ ਜਾ ਸਕਦਾ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਉਪਦੇਸ਼, ਇਹ ਸਿੱਖਿਆ ਜਿਹੜੀ ਹੈ ਬਾਬਾ ਲੈਣਾ ਜੀ ਤੇ ਸਿੱਖ ਸੰਗਤਾਂ ਦੇ ਪ੍ਰਤੀ ਉਪਦੇਸ਼ ਦ੍ਰਿੜ ਕਰਵਾਉਣਾ ਕੀਤਾ। ਇਨੀਆਂ ਕੋ ਬੇਨਤੀਆਂ ਪ੍ਰਮਾਣ ਕਰਿਓ, ਵਿਚਾਰ ਕਰਦੇ ਆ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸੁਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੈ ਸੰਗ ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੈ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ।
हे ठाकुर हों दासरो मैं निर्गुण गुण नहीं कोए नानक दीजै नाम दान राखों ही है परोए आए प्रभ शरणागति कृपा निध दयाल एक अखर हर मन बसत नानक होत निहाल वाहिगुरु नाम जहाज है चढ़ै सो उतरै पार जो शरधा कर सेवंदे गुर पार उतारण हार कथा निता प्रत होत है सुनो सो सिंह सुजान नानक गुरु गोबिंद सिंह जी सदा करै कल्याण नानक गुरु गोबिंद सिंह जी सदा करै कल्याण एक ओंकार ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸਾਚਾ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੂ ਵਾਹੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਚੋਜੀ ਪਿਆਰੇ ਗੋਬਿੰਦ ਸਿੰਘ ਜੀ ਜੀ ਪਿਆਰੇ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੂ ਵਾਹੂ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੂ ਵਾਹੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ